पंकज बंदना सिमरो अंगद दुख निकंदना दुख निकंदना अमरदास गौर हृदय दामो हृदय दामो श्री गुरु रामदास गुण गामो श्री गुरु रामदास गुण गामो गुरु अर्जन विघ्नन के नाशक विघ्नन के नाशक गुरु हर गोबिंद शुभ मत प्रकाशक शुभ मत प्रकाशक गुरु हर राय नमो कर जोरी नमो कर जोरी गुरु हर कृष्ण मनाए बहोरी मनाए बहोरी तेग बहादुर परम कृपाला जी परम कृपाला गुरु गोबिंद सिंह विशाला गुरु गोबिंद सिंह विशाला तरों तरापुर पुन पुन सीसा जी पुन पुन सीसा बंदों बार बार जगदीशा बंदों बार बार जगदीशा साहिब श्री गुरु तेग बहादुर महाराज जी दे इस पावन पवित्र अस्थान गुरुद्वारा सीसगंज साहिब विखे श्री गुरु ग्रंथ साहिब महाराज जी दी पावन हजूरी अंदर जुड़ बैठी साध संगत जी कल दे दीवाना दे अंदर असीं वो शब्द श्रवण किया सी जिहड़ा शब्द सुनन दे करके साहिब जी महाराज श्री अमरदास जी गुरु रामदास जी दे श्री अमरदास जी गुरु अंगद साहिब जी दे द्वारे ते गए हैं। उस शब्द नूं उन्होंने जदों सुनिया बीबी अमरो जी दे कोलों उन्होंने इवें लग्या भी ये जिहड़ा शब्द है ये मेरे वास्ते उचारिया गया है। हुण उन्होंने पूछना चाहते ने ये शब्द किहदा है जिवें अगे दी कथा चलती है। आओ बड़े प्यार सत्कार दे नाल श्रवण करिए। एक बारी गुरु जी वालों बख्शे हुए गुरमंत्र का उच्चारण करिए। सतनाम श्री वाहेगुरु साहिब जी सतनाम श्री वाहेगुरु साहिब जी शब्द करियो किसको कित ते तुम पावा। वो पूछते ने बीबी ये जिहड़ा शब्द तू गायन कर रही है शब्द बड़ा सोहना लिखिया होया है इहदे विच जिहड़ी सिक्ख्या है वो बड़ी महान है पर मैनू तू ये दसना कर ये जिहड़ा शब्द किस दे द्वारा लिखिया गया है। करनहार अब है के नहीं जिन शुभ पद गावा। जिसने ये शब्द गाया इड्डी उचेरी सिक्ख्या लिखी है इन्नी डूंघाई की गल लिखी है कि वो हजे दुनिया ते हैगे ने
ਪੁੱਛ ਰਹੇ ਨੇ ਜਿਨ੍ਹਾਂ ਨੇ ਇਹ ਸ਼ਬਦ ਰਚਿਆ ਹੈ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ, ਕਿ ਜਿਨ੍ਹਾਂ ਨੇ ਇਹ ਸ਼ਬਦ ਗਾਇਨ ਕੀਤਾ ਹੈ ਉਹ ਦੁਨੀਆ ਤੇ ਇਸ ਸਮੇਂ ਹਾਜ਼ਰ ਹਨ ਕਿ ਨਹੀਂ। ਸੁਨਤ ਰੋਮ ਹਰਖਨ ਭਇਓ ਮਨ ਪ੍ਰੇਮ ਬੰਧਾਇਓ। ਕਹਿੰਦੇ ਇਹ ਸ਼ਬਦ ਸੁਣ ਕੇ ਮੇਰਾ ਰੋਮ ਰੋਮ ਪ੍ਰਸੰਨ ਹੋ ਗਿਆ ਹੈ, ਤੇ ਇਸ ਕਰਕੇ ਮਨ ਦੇ ਵਿੱਚ ਹੁਣ ਬੜਾ ਗੁਰੂ ਦੇ ਪ੍ਰਤੀ ਪ੍ਰੇਮ ਉਜਾਗਰ ਹੋਇਆ ਹੈ। ਮੇਰ ਹੇਤ ਉਧਾਰ ਵੇ ਇਹ ਰੁਚਿਰ ਬਨਾਇਓ। ਉਹ ਕੱਲ ਵੀ ਅਸੀਂ ਬੇਨਤੀ ਕੀਤੀ ਸੀ, ਜਦੋਂ ਮਨੁੱਖ ਦਾ ਮਨ ਨਿਰਮਲ ਹੁੰਦਾ ਹੈ ਨਾ, ਉਹਨੂੰ ਇੱਕ ਗੱਲ ਪਤਾ ਲੱਗਦੀ ਹੈ, ਜਦੋਂ ਗੁਰੂ ਜੀ ਬੋਲਦੇ ਨੇ ਨਾ, ਗੁਰੂ ਗ੍ਰੰਥ ਸਾਹਿਬ ਜੀ, ਉਹਨੂੰ ਐਸਾ ਪ੍ਰਤੀਤ ਹੁੰਦਾ ਹੈ ਵੀ ਇਹ ਜੋ ਕਹਿ ਰਹੇ ਨੇ ਇਹ ਮੇਰੇ ਵਾਸਤੇ ਕਹਿ ਰਹੇ ਨੇ। ਜੇ ਕੋਈ ਲੋਭ ਦੀ ਗੱਲ ਚੱਲ ਰਹੀ ਹੈ, ਕ੍ਰੋਧ ਦੀ ਹੈ, ਕਾਮ ਦੀ ਹੈ, ਸ਼ਬਦ ਕੋਈ ਵੀ ਹੈ, ਮਨੁੱਖ ਦਾ ਜਦੋਂ ਮਨ ਨਿਰਮਲ ਹੁੰਦਾ ਹੈ ਉਹਨੂੰ ਗੁਰੂ ਦੇ ਦੁਆਰਾ ਕਹੇ ਹੋਏ ਸ਼ਬਦ ਆਪਣੇ ਪਰਥਾਏ ਜਾਪਦੇ ਨੇ। ਜਦੋਂ ਤੱਕ ਮਨ ਨਿਰਮਲ ਨਹੀਂ, ਉਦੋਂ ਤੇ ਮਨੁੱਖ ਨੂੰ ਇਵੇਂ ਜਾਪਦਾ ਵੀ ਇਹ ਬਾਣੀ ਕਿਸੇ ਹੋਰ ਵਾਸਤੇ ਲਿਖੀ ਗਈ ਹੈ। ਉਸ ਦਿਨ ਬਾਣੀ ਅੰਦਰ ਵਸਣਾ ਸ਼ੁਰੂ ਹੋ ਜਾਂਦੀ ਹੈ ਜਿਸ ਦਿਨ ਮਨ ਨਿਰਮਲ ਹੋ ਜਾਏ, ਉਸ ਤੋਂ ਪਹਿਲਾਂ ਨਹੀਂ। ਉਸ ਤੋਂ ਪਹਿਲਾਂ ਤੇ ਮਨੁੱਖ, ਬਾਣੀ 'ਚ ਤਾਂ ਹੀ ਕਿਹਾ ਮਹਾਰਾਜ ਜੀ ਨੇ, ਆਪਸ ਕੋ ਜੋ ਭਲਾ ਕਹਾਵੈ ਤਿਸ ਹੈ ਭਲਾਈ ਨਿਕਟ ਨਾ ਆਵੈ। ਜਿਹੜਾ ਮਨੁੱਖ ਹਜੇ ਤਾਈਂ ਆਪਣਾ ਹੀ ਗੁਣਗਾਨ ਕਰ ਰਿਹਾ ਹੈ, ਮੈਂ ਠੀਕ ਹਾਂ, ਮੈਂ ਬਹੁਤ ਠੀਕ ਹਾਂ, ਕਹਿੰਦੇ ਇਹਦਾ ਮਤਲਬ ਇਹ ਸਮਝਣਾ ਕਰਨਾ ਹਜੇ ਤਾਈਂ ਉਸ ਨੂੰ ਆਪਣੇ ਬਾਰੇ ਪਤਾ ਨਹੀਂ ਹੈ। ਇਸੇ ਤਰੀਕੇ ਨਾਲ ਉਹ ਕਹਿ ਰਹੇ ਨੇ ਇਹ ਸ਼ਬਦ ਮੈਨੂੰ ਜਾਪਦਾ ਹੈ ਇਹ ਮੇਰੇ ਵਾਸਤੇ ਹੀ ਬਣਾਇਆ ਗਿਆ ਹੈ। ਸੁਣ ਬੀਬੀ ਅਮਰੋ ਕਹਿਓ ਸ੍ਰੀ ਨਾਨਕ ਪੂਰੇ। ਬੀਬੀ ਅਮਰੋ ਜੀ ਕਹਿੰਦੇ ਨੇ, ਕਹਿੰਦੇ ਇਹ ਜਿਹੜਾ ਸ਼ਬਦ ਮੈਂ ਤੁਹਾਨੂੰ ਸੁਣਾਇਆ ਹੈ ਇਹ ਸ਼੍ਰੀ ਗੁਰੂ ਅਮਰਦਾਸ ਜੀ ਪੂਰੇ ਸਤਿਗੁਰੂ ਜੀ ਦਾ ਲਿਖਿਆ ਹੋਇਆ ਹੈ। ਤਿਨੋ ਬਣਾਇਓ ਸ਼ਬਦ ਕੋ ਜਿਸ ਮੈਂ ਫਲ ਪੂਰੇ। ਉਹਨਾਂ ਨੇ ਐਸੇ ਸ਼ਬਦ ਬਣਾਏ ਨੇ ਜਿਨ੍ਹਾਂ ਨੂੰ ਜਦੋਂ ਮਨੁੱਖ ਸੁਣਦਾ ਹੈ, ਆਪਣੀ ਜ਼ਿੰਦਗੀ ਵਿੱਚ ਧਾਰਨ ਕਰਦਾ ਹੈ, ਉਹਨੂੰ ਬੜੇ ਫਲ ਪ੍ਰਾਪਤ ਹੁੰਦੇ ਨੇ। ਕਿਉਂਕਿ ਫਲ ਉਦੋਂ ਹੀ ਪ੍ਰਾਪਤ ਹੁੰਦਾ ਹੈ ਜਦੋਂ ਸ਼ਬਦ ਵਸ ਜਾਏ, ਉਸ ਤੋਂ ਪਹਿਲਾਂ ਨਹੀਂ। ਕੋਈ ਵੀ ਮੰਤਰ ਮਨੁੱਖ ਗਾਉਂਦਾ ਹੈ ਨਾ, ਕੋਈ ਵੀ ਵਾਹਿਗੁਰੂ ਵਾਹਿਗੁਰੂ ਕਰੇ ਰਾਮ ਰਾਮ, ਉਹ ਫਲ ਉਸ ਦਿਨ ਦੇਵੇਗਾ ਜਿਸ ਦਿਨ ਉਹ ਵਸ ਜਾਏਗਾ, ਉਸ ਤੋਂ ਪਹਿਲਾਂ ਨਹੀਂ ਦੇਵੇਗਾ। ਐਵੇਂ ਹੀ ਮਨੁੱਖ ਨਿਤਨੇਮ ਕਰਦਾ ਹੈ, ਜਪਜੀ ਸਾਹਿਬ ਪੜ੍ਹਦਾ ਹੈ, ਸੁਖਮਣੀ ਸਾਹਿਬ ਪੜ੍ਹਦਾ ਹੈ, ਇਹ ਉਸ ਦਿਨ ਜ਼ਿਆਦਾ ਫਲਦਾਇਕ ਹੋ ਜਾਏਗਾ ਜਿਸ ਦਿਨ ਇਹ ਅੰਦਰ ਵਸ ਜਾਏਗਾ। ਜਦੋਂ ਤਾਈਂ ਸ਼ਬਦ ਬਾਹਰੋਂ ਚੱਲ ਰਿਹਾ ਹੈ, ਤਾਂ ਕਰਕੇ ਨਾ ਕਈ ਵਾਰੀ ਬਾਣੀ ਦੇ ਵਿੱਚ ਆਉਂਦਾ ਹੈ ਵੀ ਮਾਲਾ ਫੜੀ ਵੀ ਪਖੰਡ ਹੈ, ਨਾਮ ਜਪਣਾ ਵੀ ਕਈ ਵਾਰੀ ਲੱਗਦਾ ਹੈ। ਉਹਦਾ ਕਾਰਨ ਇੱਕ ਹੈ, ਕਈ ਵਾਰੀ ਮਨੁੱਖ ਬਾਹਰ ਤੋਂ ਪਖੰਡ ਆਪਣੇ ਆਪ ਨੂੰ ਚੰਗਾ ਵਿਖਾਉਣ ਦੇ ਚੱਕਰ ਵਿੱਚ ਐਸੇ ਸ਼ਬਦ ਵਾਹਿਗੁਰੂ ਵਾਹਿਗੁਰੂ ਬਾਹਰੋਂ ਕਰੀ ਜਾਂਦਾ ਹੈ, ਉੱਤੋਂ ਲੋਕਾਂ ਨਾਲ ਠੱਗੀ ਵੀ ਕਰੀ ਜਾਂਦਾ ਹੈ। ਜਦੋਂ ਉਹ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਉਸ ਸਮੇਂ ਉਹਦਾ ਇਰਾਦਾ ਠੀਕ ਨਹੀਂ ਹੈ। ਜਦੋਂ ਤਾਈਂ ਇਰਾਦਾ ਠੀਕ ਨਾ ਹੋਏ ਉਦੋਂ ਤਾਈਂ ਕੁਛ ਨਹੀਂ ਮਿਲਦਾ। ਵੇਖੋ ਗੁਰਦੁਆਰੇ ਸਾਰੇ ਪ੍ਰਕਾਰ ਦੇ ਮਨੁੱਖ ਆਉਂਦੇ ਨੇ। ਕਈ ਵਾਰੀ ਜਿੱਦਣ ਵੱਡੇ ਸਮਾਗਮ ਹੁੰਦੇ ਨਾ ਗੁਰਦੁਆਰੇ 'ਤੇ ਇੱਕ ਚੋਰ ਵੀ ਆਉਂਦਾ ਹੈ ਚੈਨੀਆਂ ਵੱਢਣ। ਕੀ ਉਹ ਇੱਥੋਂ ਗਿਆਨ ਪ੍ਰਾਪਤ ਕਰਕੇ ਜਾਂਦਾ ਹੈ? ਨਹੀਂ। ਕਾਰਨ ਕੀ ਹੈ? ਉਹਦਾ ਗੁਰਦੁਆਰੇ ਆਉਣ ਪਿੱਛੇ ਇਰਾਦਾ ਠੀਕ ਨਹੀਂ ਹੈ। ਜਿਸ ਦਿਨ ਮਨੁੱਖ ਦਾ ਬਾਣੀ ਪੜ੍ਹਨ ਪਿੱਛੇ ਇਰਾਦਾ ਠੀਕ ਹੋ ਜਾਏਗਾ ਉਸ ਦਿਨ ਇਹਨੂੰ ਪਰਮਾਤਮਾ ਮਿਲ ਜਾਏਗਾ। ਬਸ ਇਰਾਦਾ ਠੀਕ ਕਰਨਾ ਹੈ ਅੰਦਰੋਂ। ਜਿਸ ਦਿਨ ਗੁਰੂ ਦੇ ਦਵਾਰੇ 'ਤੇ ਆਇਆ ਹੈ, ਇਰਾਦਾ ਪੱਕਾ ਕਰਕੇ ਆਇਆ ਹੈ, ਇਰਾਦਾ ਸ਼ੁੱਧ ਕਰਕੇ ਆਇਆ ਹੈ, ਉਸ ਦਿਨ ਇਹਨੂੰ ਮਿਲ ਜਾਏਗਾ। ਹੁਣ ਮਨੁੱਖ ਬਾਰ-ਬਾਰ ਕਈ ਪ੍ਰਕਾਰ ਦੇ ਆਉਂਦੇ ਨੇ। ਕੋਈ ਚੋਰੀ ਕਰਨ ਆਇਆ ਹੈ, ਕੋਈ ਲੰਗਰ ਛਕਣ ਆਇਆ ਹੈ। ਹੁਣ ਜਿਹੜਾ ਲੰਗਰ ਛਕਣ ਆਇਆ ਹੈ ਉਹਦਾ ਇਰਾਦਾ ਲੰਗਰ ਤਾਂ ਹੀ ਹੈ ਬਸ।
कोई आया है भी मैं मत्था ही टेक के आना है, ਉਹਦਾ इरादा मत्था टेकण ते ही है, ज्ञान ते ही नहीं है। हजे उस नूं रब ने उन्नी की मत दी भी आना तो जाना, बस इन्ना क इरादा है ਉਹਦਾ। जिस दिन परमेश्वर की किरपा हुंदी है, मनुख का परमेश्वर ते विश्वास वजदा है। वैसे मैं तो कई बार सोचदा ये गल तो बड़ी माड़ी है भी परमेश्वर ते विश्वास वजना चाहिए, ये कहना ही नहीं चाहिए, क्योंकि मनुख को आप ही होना चाहिए जिन्हें अखां दित्तियां ने कि उन्होंने भी याद करने की लोड़ चाहिए है। ये तो अकिरत घणता है, कोई किसी दे कोलों 50 रुपये ले तो मुड़ के उसका सत्कार भी ना करे, 50 लाख रुपये ले ले तो मुड़ के पूछे भी ना, लोग कह बड़ा किरत घण बंदा, ये ना नेड़े कोई लगे। परमात्मा की दरगाह दे विच वो मनुख अकिरत घण ने जिन्हां ने रब दे दिते भोजन नूं छकिया, रब ने पानी बनाया, हवा बनाई, रोटी इनू दे रहा है, अखां दित्तियां ने, पैर दिते ने, शुकराना उहदे कदे नहीं किया। इस करके बीबी जी कह रहे ने ये जिहड़ा शब्द है इहदे विच बड़े फल ने। फल उदों मिलदा है जदों मनुख दा मन गुरु दे नाल जुड़ जांदा है। ऐ पर बहुत बानी बनी इनके मुख द्वारा। ये एक शब्द नहीं श्री अमरदास जी, एक शब्द नहीं है, ये तो कई शब्द ने। उन्होंने बड़े सत्कारयोग शब्द वरत के कह रहे हैं, ये कोई एक शब्द नहीं। गुरु नानक देव जी महाराज ने तो बेअंती शब्द लिखे हैं। जिसके पठबे प्रेम ते भोजल निस्तारा। उन्हां दे शब्द ऐसे ने, बाणी च ना एक शब्द आउंदा है, कहंदे ने मरना ते सारिया नहीं है, जे किते जिंदगी विच ना गुरु दे शब्द दे विच मरिया जाए, मनुख सदा लई जिउंदा हो जाता है। जिस दिन शरीर मरेगा, दुनिया दे विचों असीं जावांगे, दोबारा जिंदा नहीं होवांगे। पर गुरु दे शब्द नूं जप जप के जिहड़ा मनुख मरदा है वो दोबारा जिंदा हो जाता है। इत्थे दुनिया च शब्द मरो फिर जीव हो सद ही, ता फिर मरण ना होई। शब्द च मरना की है? जो गुरु ने शब्द कहे ने अपने विचारां नूं मार लेना, अपने मन नूं खत्म कर लेना, अपने मन की गल करनी ना, जो गुरु ने कहा वही करना। वैसे है तो थोड़ा औखा है। हुण गुरु कहंदा झूठ ना बोलो, बोल गया सच धर्म, झूठ ना बोल गया तो किन्ने क मनुख ने जिहड़े नहीं बोलते, हरेक ही बोलता है। फिर ये पिछे कहा जाता है की करिए जी, समाज ही ऐसा है। फिर की हो गया? समाज ऐसा है जे एक पैली दे विच सारे ही रुख खराब ने, सारे ही गन्ने काणे ने, कि ये है भी असीं भी काणे हो जाइए। कोई गल नहीं, जेड़े काणे ने काणियां नूं काणे फल लगदे ने। मैं कल भी बेनती की साध संगत जी, याद रखना झूठ ठगी जिहड़ी है वो गुझी नहीं रहिंदी। चंगा बीज बोवांगे ओदा फल भी मिलदा है, माड़ा बोवांगे ओदा भी मिलदा है। ये वखरी गल है। बीज अज बोईए, फल अज नहीं मिलेगा। आप जी अज सख्त संगत च बैठे हो कि अज ही फल हो सकता है, अज भी मिल जाए, पर फल अज नहीं हुंदा, नालों नाल नहीं हुंदा। अंब का दरख्त लाओ कि अज ही अंब लग जाएंगे, उन्होंने 1 साल लगता है, 1.5 साल लगता है। एवें ही कई बार मनुख सोचता फलाना तो पाप भी करी जाता है, आनंद भी माणी जाता है। हो सकता है उन्हें पहले पिछे कोई ऐसे चंगे बीज बोए होण, उन्हां करके उन्होंने ये हजे तई घड़ा भरिया नहीं। जिस दिन इधरों तखड़ी तो पलटा हौला हो जाता है, दूजा वध जाता है पापां वाला, उदण ही मुद्दा पै जाता है। इस करके जिहड़ा बीज असीं बोया है, जे चंगियाई दा बोया है, एक बीज तो घट्टो घट्ट कणक का एक बीज बो, उहदे तो 20-25 बनते हैं। चंगे फल का भी चंगे बीज का, चंगे कर्म का फल भी कई गुण है, माड़े कर्म का फल भी कई गुण है।
ਪਾਪ ਦਾ ਫਲ ਵੀ ਕਈ ਗੁਣਾ ਮਿਲਦਾ ਹੈ ਤੇ ਚੰਗੇ ਦਾ ਵੀ ਕਈ ਗੁਣਾ ਮਿਲਦਾ। ਇਸ ਕਰਕੇ ਉਹ ਕਹਿੰਦੇ ਨੇ ਇਹ ਜਿਹੜੇ ਸ਼ਬਦ ਨੇ ਇਹ ਗੁਰੂ ਨਾਨਕ ਸਾਹਿਬ ਜੀ ਨੇ ਲਿਖੇ ਨੇ। ਇਹਨਾਂ ਸ਼ਬਦਾਂ ਨੂੰ ਜਿਹੜਾ ਵੀ ਮਨੁੱਖ ਧਿਆਨ ਦੇ ਨਾਲ ਪੜ੍ਹਦਾ ਹੈ, ਸ਼ਰਵਣ ਕਰਦਾ ਹੈ, ਉਹ ਇਹ ਦੁਨੀਆ ਦੇ ਇਹ ਭਵਜਲ ਤੋਂ ਪਾਰ ਹੋ ਜਾਂਦਾ ਹੈ। ਦੁਨੀਆ ਦਾ ਭਵਜਲ ਪਾਰ ਹੋਣਾ ਕੀ ਹੈ? ਕਹਿੰਦੇ ਜਿਸ ਦਿਨ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਨਾ, ਇੱਕ ਮਨੁੱਖ ਉਹਨਾਂ ਕੋਲ ਆਇਆ, ਕਹਿੰਦਾ ਕੀ ਮਿਲਿਆ ਗਿਆਨ ਆ ਕੇ? ਕਹਿੰਦੇ ਮਿਲਿਆ ਕੁਛ ਨਹੀਂ ਹੈ, ਸਗੋਂ ਗਵਾ ਲਿਆ ਹੈ। ਤੇ ਕਮਾਲ ਹੋ ਗਈ, ਦੁਨੀਆ ਤੇ ਪ੍ਰਾਪਤ ਕਰਦੀ ਹੈ ਗਿਆਨ ਤੋਂ ਤੂੰ ਗਵਾ ਲਿਆ, ਨਾਮ ਜਪ ਕੇ ਗਵਾ ਲਿਆ ਤੂੰ? ਕਹਿੰਦੇ ਗਵਾਇਆ ਹੈ। ਕਹਿੰਦੇ ਕੀ ਗਵਾਇਆ ਹੈ? ਕਹਿੰਦੇ ਮੈਂ ਆਪਣਾ ਅਗਿਆਨ ਗਵਾ ਲਿਆ। ਜਿਹੋ ਜੀ ਇਹ ਧਰਤੀ ਸੀ ਮੈਨੂੰ ਨਹੀਂ ਸੀ ਵਿਖ ਰਹੀ, ਅੱਜ ਮੈਂ ਉਹ ਗਵਾ ਲਈ ਆ ਸੋਚ। ਅੱਜ ਮੈਨੂੰ ਧਰਤੀ ਚੰਗੀ ਤਰ੍ਹਾਂ ਵਿਖਦੀ ਹੈ। ਇਸ ਕਰਕੇ ਜਿਸ ਦਿਨ ਮਨੁੱਖ ਨੂੰ ਰੱਬੀ ਗਿਆਨ ਹੁੰਦਾ ਹੈ, ਉਸ ਦਿਨ ਉਸ ਨੂੰ ਸੱਚਾਈ ਦਾ ਪਤਾ ਲੱਗ ਜਾਂਦਾ ਹੈ। ਸੁਨ ਹੈ ਪਠ ਹੈ ਮੇਰੋ ਪਿਤਾ, ਮਨ ਪ੍ਰੇਮ ਵਿਸਾਲਾ। ਬੀਬੀ ਅਮਰੋ ਜੀ ਕਹਿਣ ਲੱਗੇ, ਸ੍ਰੀ ਅਮਰਦਾਸ ਜੀ ਆਪਣੇ ਸਹੁਰਿਆਂ ਨੂੰ ਕਹਿੰਦੇ ਨੇ, ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਨੇ ਉਹ ਇਹਨਾਂ ਸ਼ਬਦਾਂ ਨੂੰ ਦਿਨ ਰਾਤ ਪੜ੍ਹਦੇ ਰਹਿੰਦੇ ਹਨ। ਗਾਏ ਰਵਾਬੀ ਤਿਨੂ ਡਿਗ, ਹਿਤ ਦੋਨੋਂ ਕਾਲਾ। ਉਹਨਾਂ ਦੇ ਕੋਲ ਕੀਰਤਨੀਏ ਰਹਿੰਦੇ ਨੇ, ਰਵਾਬੀ ਰਹਿੰਦੇ ਨੇ ਉਹਨਾਂ ਦੇ ਦਰਬਾਰ ਵਿੱਚ। ਉਹ ਦੋਵੇਂ ਟਾਈਮ ਇਹ ਜਿਹੜੇ ਸ਼ਬਦ ਗੁਰੂ ਨਾਨਕ ਨੇ ਲਿਖੇ ਨੇ ਇਹਨਾਂ ਸ਼ਬਦਾਂ ਨੂੰ ਗਾਉਂਦੇ ਹਨ। ਸ੍ਰੀ ਸਤਿਗੁਰ ਨਾਨਕ ਅਬੈ ਬੈਕੁੰਠ ਪਧਾਰੇ। ਗੁਰੂ ਨਾਨਕ ਦੇਵ ਜੀ ਥੋੜ੍ਹੇ ਹੀ ਦਿਨ ਹੋਏ ਨੇ, ਬੈਕੁੰਠ ਪਧਾਰੇ ਨੇ। ਇਸ ਕਰਕੇ ਉਹ ਹੁਣ ਇਸ ਦੁਨੀਆ ਤੇ ਨਹੀਂ ਹਨ। ਨਿਜ ਸਥਾਨ ਨਿਜ ਜਗਤ ਤੇ ਮਮ ਪਿਤਾ ਬਿਠਾਰੇ। ਕਹਿੰਦੇ ਆਪਣੇ ਸਥਾਨ ਤੇ, ਬੀਬੀ ਅਮਰੋ ਜੀ ਕਹਿੰਦੇ ਨੇ ਆਪਣੀ ਗੱਦੀ ਤੇ ਗੁਰੂ ਨਾਨਕ ਦੇਵ ਜੀ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਜੀ ਨੂੰ ਬਿਠਾ ਕੇ ਗਏ ਹਨ। ਤਿਨਹੂ ਨਿਕਟ ਦੇ ਕੰਠ ਕਰ, ਬਹੁ ਸੁਨਤ ਰਹੰਤੀ। ਦੇਖੋ ਬੀਬੀ ਅਮਰੋ ਜੀ ਕਹਿੰਦੇ ਨੇ ਮੈਂ ਤੇ ਉਹਨਾਂ ਕੋਲ ਹੀ ਇਹ ਸ਼ਬਦ ਸੁਣੇ ਨੇ, ਤੇ ਮੈਂ ਸੁਣ ਕੇ ਜਿੰਨੇ ਵੀ ਇਹ ਗੁਰੂ ਦੇ ਸ਼ਬਦ ਨੇ ਕੰਠ ਕਰ ਲਏ ਨੇ, ਯਾਦ ਹੀ ਕਰ ਲਏ ਨੇ। ਹੁਣ ਜਿੱਥੇ ਕਿਤੇ ਵੀ ਹੁੰਦਾ ਹੈ ਮੈਂ ਇਹਨਾਂ ਨੂੰ ਗਾਉਂਦੀ ਰਹਿੰਦੀ ਹਾਂ। ਸਤਿਗੁਰ ਗਿਰਾ ਪ੍ਰਚਾਰ ਤਹਿ, ਤਨ ਕਿਲਵੇ ਕਹੰਤੀ। ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਇਹਨਾਂ ਸ਼ਬਦਾਂ ਦਾ ਪ੍ਰਚਾਰ ਕਰਦੇ ਨੇ। ਜਿਹੜੇ ਵੀ ਮਨੁੱਖ ਇਹਨਾਂ ਸ਼ਬਦਾਂ ਨੂੰ ਸੁਣੀ ਜਾਂਦੇ ਨੇ ਉਹਨਾਂ ਦੇ ਪਾਪ ਦੁੱਖ ਕਲੇਸ਼ ਦਰਿਦਰ ਇਹ ਖਤਮ ਹੋਈ ਜਾਂਦੇ ਹਨ। ਸੇਵਤ ਸਿੱਖ ਅਨੇਕ ਹੈ, ਜਿਨ ਕੇਵਟ ਭਾਗਾ। ਜਿਨ੍ਹਾਂ ਸਿੱਖਾਂ ਦੇ ਭਾਗ ਬੜੇ ਵੱਡੇ ਨੇ ਉਹ ਆ ਕੇ ਗੁਰੂ ਦੇ ਸ਼ਬਦਾਂ ਨੂੰ ਸੁਣਦੇ ਨੇ, ਉਹ ਵਡਭਾਗੀ ਹੁੰਦੇ ਨੇ। ਕਿਉਂਕਿ ਜਦੋਂ ਤਾਈਂ ਭਾਗ ਚੰਗੇ ਨਹੀਂ ਨਾ, ਉਦੋਂ ਤਾਈਂ ਗੁਰੂ ਦੇ ਨੇੜੇ ਨਹੀਂ ਬੈਠਾ ਜਾਂਦਾ। ਇਹ ਬੜੀ ਸੱਚਾਈ ਹੈ। ਜਿਉਂ-ਜਿਉਂ ਮਨੁੱਖ ਸੇਵਾ ਕਰਦਾ ਹੈ ਉਹਦੇ ਕਰਮ ਜੁੜਦੇ ਨੇ, ਉਹਦੇ ਅੰਦਰ ਚੰਗੀਆਂ ਤਰੰਗਾਂ ਆਉਂਦੀਆਂ ਨੇ। ਤਰੰਗਾਂ ਦਾ ਮਤਲਬ ਚੰਗੇ ਵਿਚਾਰ ਆਉਂਦੇ ਨੇ। ਜਦੋਂ ਚੰਗੇ ਵਿਚਾਰ ਆਉਂਦੇ ਨੇ ਫਿਰ ਕਿਤੇ ਗੁਰੂ ਦੀ ਸੰਗਤ 'ਚ ਮਨੁੱਖ ਬੈਠਦਾ, ਉਸ ਤੋਂ ਪਹਿਲਾਂ ਨਹੀਂ। ਉਸ ਤੋਂ ਪਹਿਲਾਂ ਤੇ ਇਹਦਾ ਮਨ ਇਹਨੂੰ ਭਜਾਈ ਫਿਰਦਾ ਹੈ, ਇੱਥੋਂ ਚੱਲ ਉੱਧਰ ਚੱਲ। ਐਸਾ ਨਹੀਂ ਹੈ। ਮਨੁੱਖ ਬਾਹਰੋਂ ਘੱਟ ਭੱਜਦਾ, ਅੰਦਰੋਂ ਜ਼ਿਆਦਾ ਭੱਜਦਾ ਹੈ। ਬਾਹਰਲੀ ਭੱਜ ਦੌੜ ਰਾਤ ਨੂੰ ਜਦੋਂ ਮਨੁੱਖ ਸੌਂਦਾ ਹੈ ਕਿ ਮਨ ਵੀ ਸੌ ਜਾਂਦਾ ਹੈ, ਮਨ ਰਾਤ ਨੂੰ ਵੀ ਭੱਜਿਆ ਫਿਰਦਾ ਹੈ। ਰਾਤ ਨੂੰ ਵੀ ਨਿੰਦਰ ਇਹਦੇ ਉੱਤੇ ਆ ਡਿੱਗਦੀ ਹੈ। ਇਹਨੂੰ ਵੇਖੋ ਸਰੀਰ ਉੱਥੇ ਪਿਆ ਹੁੰਦਾ ਹੈ, ਮਨੁੱਖ ਉੱਥੇ ਪਿਆ ਕਲਕੱਤੇ ਪਹੁੰਚਿਆ ਹੁੰਦਾ ਹੈ, ਅਮਰੀਕਾ ਪਹੁੰਚਿਆ ਹੁੰਦਾ, ਉੱਥੇ ਪਿਆ। ਮਨੁੱਖ ਦਾ ਜਿਹੜਾ ਮਨ ਹੈ ਇਹ ਬਹੁਤ ਦੌੜਦਾ ਹੈ, ਬਹੁਤ ਜ਼ਿਆਦਾ। ਇਹਦੀ ਦੌੜ ਭੱਜ ਐਸੀ ਹੈ, ਕਿਉਂ ਹੈ? ਕਿਉਂਕਿ ਇਹ ਕਈ ਜਨਮਾਂ ਤੋਂ ਦੌੜ ਰਿਹਾ ਹੈ। ਅੱਜ ਦਾ ਨਹੀਂ, ਇਹਨੂੰ ਆਦਤ ਪੈ ਗਈ ਹੈ ਭੱਜਣ ਦੀ। ਹੁਣ ਏਡਾ ਵਧੀਆ ਇਹਨੇ ਸਰੀਰ ਲਿਆ ਹੈ, ਹੁਣ ਇਹ ਗਿਆਨ ਵੀ ਪ੍ਰਾਪਤ ਕਰ ਸਕਦਾ, ਪਰ ਹਜੇ ਵੀ ਦੌੜ ਰਿਹਾ ਹੈ। ਕਿ ਇਹਦੀ ਦੌੜ ਦੀ ਸਮਾਪਤੀ ਹੈ? ਨਹੀਂ। ਕਿਉਂ? ਮਨ ਦੀ ਕੋਈ ਮੰਜ਼ਿਲ ਹੀ ਹੈ ਨਹੀਂ। ਇਹਦੀ ਕੋਈ ਰੁਕਾਵਟ ਤੇ ਤਾਂ ਪਈ ਜਿਹਨੇ ਕੋਈ ਮੰਜ਼ਿਲ ਪ੍ਰਧਾਨ ਕੀਤੀ ਹੋਏ। ਇਹਦੀ ਮੰਜ਼ਿਲ ਕੋਈ ਨਹੀਂ। ਇਹਨੇ ਆਪਣੀ ਜ਼ਿੰਦਗੀ ਦੇ ਵਿੱਚ ਮੰਜ਼ਿਲ ਕੋਈ ਨਹੀਂ ਬਣਾਈ। ਮੈਂ ਸਵੇਰੇ ਵੀ ਬੇਨਤੀ ਕੀਤੀ ਸਾਧ ਸੰਗਤ ਜੀ,
ਗੁਰੂ ਸਾਹਿਬ ਦੇ ਇਸ ਦੀਵਾਨ 'ਚ ਕਿ ਮਨੁੱਖ ਨੇ ਇਹ ਪੱਕਾ ਕਰ ਲਿਆ ਵੀ ਉਹਨੂੰ ਕਿੰਨੇ ਪੈਸੇ ਚਾਹੀਦੇ ਨੇ, ਕਿੰਨੀਆਂ ਕੀ ਇੱਛਾਵਾਂ ਨੇ। ਜੇ ਮਨੁੱਖ ਗੁਰੂ ਸਾਹਮਣੇ ਆ ਕੇ ਆਖੇ ਮਹਾਰਾਜ ਮੈਨੂੰ ਸਿਰਫ ਤੇ ਸਿਰਫ 10 ਲੱਖ ਰੁਪਈਆ ਦੇ ਦੇ, ਮੁੜ ਕੇ ਮੈਂ ਨਹੀਂ ਮੰਗਦਾ ਸਾਰੀ ਉਮਰ, ਗੁਰੂ ਛੇਤੀ ਦੇ ਦੇਗਾ। बस इन्ना कहे जरूर भी मुड़ के ना मैनू दई, पर ऐसा नहीं है। जे मनुख ये भी कह दे ना रब्बा मैनू 20 करोड़ रुपया दे दे, मुड़ के नहीं मंगता, ये क्या नहीं जाना वो भावें अज सड़क पर बैठा है, 1 रुपया भी जेब में नहीं, जे उन्होंने कहे तेनों रब को 20 करोड़ दवा देने आ, पर रब ने मुड़ के कुछ नहीं देना, कोई कहा ना ना एवं ना कहीं, क्यों 20 तो लै, कहते नहीं नहीं अगे भी चाहिए, हजे भी मिलया नहीं, अगला आना नहीं, क्योंकि इन्हें पक्का ही कदे नहीं किया। मनुख ने यह पक्का नहीं किया भी रब्बा इन्ना दे दे बस, नहीं। जे मनुख कहे ना रब्बा मेरा बच्चा बाहर नहीं जा रहा, इनू भेज दे, मुड़ के PR नहीं मंगता, ऐसा नहीं होना। वो कहते नहीं हजे गया नहीं, जे उन्होंने कहते भी भेज देने आ, PR नहीं मिलनी सारी उम्र, कह ना 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 एवं ना करो, चल जाएगा चल जाएगा। वेखो वो जान लिए भी तैयार नहीं, क्यों अगली चिंता विच है, अगले पता नहीं मिले। इस करके मनुख ने रुकना कदे नहीं, ये मत समझना, क्यों यदि रुकण की आदत खत्म हो गई है, ताई तो ये बैठता नहीं। संगत में जदों बैठते हैं विचार रोकण वाले चलते हैं, शांति वाले चलते हैं, इनू तड़क फड़क चाहिए है, तां करके शांति वाले विचारों में दिल ही नहीं लगता। जिथे संगत चलती है बेहतर मनुख तुहानूं सौंदे नज़र आउणगे, कारण की है इत्थे रुकना है, इत्थे समझना है, तो मनुख का मन समझना नहीं चाहता, भजना चाहता है। इस करके कदे भी कदे डांस पार्टियां होंदे ने, कोई नहीं सुनता उत्थे, क्यों क्योंकि जो इनू चाहिए वो उत्थे मिलता है। संगत में इनू वो कुछ मिल रहा है जो यदी इच्छा नहीं है, फिर भी धक्के नाल बैठा ही रहिंदा है। हौली हौली गुरु कृपा करता है, संगत च आउंदियां आउंदियां रंग चढ़ता है, मनुख का मन शांत होना शुरू होता है, दुनिया की सच्चाई इसनूं पता लग जाती है। सर्ब बेकारन त्याग कै मन सिमरन जागा। कहंदे जेड़े सिख गुरु दे दर ते आउंदे ने हौली हौली सारे विकारां नूं छड्ड दिंदे ने, प्रभु दे सिमरन दे विच मन जाग जाता है, रब दा नाम जपदे रहिंदे ने, जाग खुलती रहिंदी है। आप जी कहोगे भी कि असी जाग नहीं रहे, मार के नहीं, दुनिया तो सुती है। महाराज कहते अज्ञान अंधेर सूझस नाही, जन्म गवायो आलसिया। मनुख सुता होया है, अखां भावें खुलियां ने, जेड़ा अखां दे पिछे बैठा है वो हजे भी सुता है। जिवें जदों मनुख नींदर च सुता होए ना, पानी सुट्टो ये जाग जाएगा, मन सुता होया है इहदे उत्ते गुरबाणी का जाप करो, ये जाग जाएगा। ये जदों रसना वाहिगुरु वाहिगुरु करेगी, इनू जगाएगी, इनू रोज़ रोज़ जगाएगी। एक दिन ऐसा आएगा मन जाग जाएगा, फिर जेड़े जागे हुए हुंदे ने ना, वो याद रखना उन्हां दे चेहरिਆਂ ਦਾ ਨੂਰ ही कुछ होर हुंदा है। सुते हुए मनुख होण ना, चेहरे ते चमक नहीं हुंदी सुत्तियां, कदी वेखना, अज नोट भी करना, कोई कोल सुता होए, सुते मनुखां दे चेहरिਆਂ ते चमक नहीं हुंदी, चमक जागदियां दे चेहरिਆਂ ते हुंदी है। जिस दिन कोई जागदा है उहदा चेहरा ही वखरा हुंदा है, उहदी बोलनी वखरी है, उहदा सुनना वखरा है, सुनन दी आदत बदल जाएगी, बोलन दी बदल जाएगी। मैं कह दिया दुनिया दे विच संगत केड़ी करनी है, ये भी आदत बदल जाएगी। चंगी संगत च बैठेगा, माड़ी संगत की आदत ही छुट जाती है। सुनत अमर बोले बहोर, दोहे ता सुन लीजै। श्री अमरदास जी बोले, उन्होंने कहते हैं हे बेटी मेरे ते फिर एक परोपकार कर, मेरी एक गल श्रवण करो। मेरे परोपकार एहो करुणा कर कीजै। गुरु अमरदास जी कहन लगे बीबी जी नूं, बीबी अमरो जी नूं, मेरे ते एक दया करो, मेरे उत्ते एक परोपकार कर देवो। लेहो संग तह को चलो, देहो मोहे मिलाई। मैनू अपने नाल लैके चलो, किरपा करो मैनू गुरु नूं मिला दो।
मैं उस नूं मिलना चाहुंदा ਜਿਹੜਾ ਗੁਰੂ ਨਾਨਕ ਦੀ ਗੱਦੀ ਤੇ ਹੁਣ ਬੈਠਾ ਹੋਇਆ ਹੈ। दर्शन की प्यास लगी अब रहो न जाई। ਮੈਂ ਉਹਦਾ ਜਿੱਦਣ ਦਾ ਸ਼ਬਦ ਸੁਣ ਲਿਆ, ਮੇਰੇ ਅੰਦਰ ਹੁਣ ਪਿਆਸ ਲੱਗੀ ਹੈ ਉਹਦੇ ਦਰਸ਼ਨਾਂ ਦੀ। ਜਿਹੜੇ ਗੁਰੂ ਦਾ ਏਡਾ ਵੱਡਾ ਸ਼ਬਦ ਹੈ, ਏਡਾ ਵੱਡਾ ਗਿਆਨ ਜਿਹੜਾ ਗੁਰੂ ਬਖਸ਼ ਰਿਹਾ ਹੈ, ਯਾਦ ਰੱਖਣਾ ਉਸ ਦੇ ਵਿਚਾਰ ਕਿੱਡੇ ਮਹਾਨ ਹੋਣਗੇ, ਉਹ ਆਪ ਕਿੱਡਾ ਮਹਾਨ ਹੋਏਗਾ। ਮੈਂ ਉਸ ਨੂੰ ਜਾ ਕੇ ਹੁਣ ਮਿਲਣਾ ਚਾਹੁੰਦਾ ਹਾਂ। ਬ੍ਰਿਧ ਅਨਾਥ ਅਜਾਨ ਮੈਂ ਸਮਰੱਥ ਤੇ ਹੀਨਾ। ਮੈਂ ਖੁਦ ਤੇ ਗੁਰੂ ਅਮਰਦਾਸ ਜੀ ਹਜੇ ਗੁਰੂ ਨਹੀਂ ਬਣੇ। ਸ਼੍ਰੀ ਅਮਰਦਾਸ ਜੀ ਕਹਿੰਦੇ ਨੇ ਮੈਂ ਹਜੇ ਬਿਰਧ ਹਾਂ, ਅਜਾਨ ਹਾਂ, ਅਨਾਥ ਹਾਂ, ਮੈਨੂੰ ਮਤ ਨਹੀਂ ਹੈ, ਇਸ ਕਰਕੇ ਮੈਂ ਉਹਨਾਂ ਨੂੰ ਮਿਲ ਨਹੀਂ ਸਕਦਾ। ਮਰਤ ਮੋਹੇ ਜੀਵਾਏ ਹੇ ਸੁਤਾ ਪਰਬੀਨਾ। ਕਹਿੰਦੇ ਹੈ ਉਹਨਾਂ ਨੂੰ ਕਹਿੰਦੇ ਨੇ, ਕਹਿੰਦੇ ਇਸ ਕਰਕੇ ਬੀਬੀ ਅਮਰੋ ਜੀ ਮੇਰੀ ਇੱਕ ਗੱਲ ਸ਼ਰਵਣ ਕਰੋ, ਮੈਂ ਅਸਲ ਦੇ ਵਿੱਚ ਮਰਿਆ ਹੋਇਆ ਹਾਂ, ਮੇਰੇ ਤੇ ਕਿਰਪਾ ਕਰੋ, ਮੈਨੂੰ ਗੁਰੂ ਜੀਵਾ ਦੇਗਾ। ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਦੁਨੀਆ ਦੇ ਉੱਤੇ, ਇਹ ਦੁਨੀਆ ਜਿਹੜੀ ਅਸੀਂ ਵੇਖ ਰਹੇ ਹਾਂ, ਇਹਦੇ ਵਿੱਚ ਸਰੀਰ ਛੱਡਣ ਤੋਂ ਬਾਅਦ ਦਿਨ ਦੇ ਵਿੱਚ ਅਰਥੀਆਂ ਘੱਟ ਉਰਸਦੀਆਂ ਨੇ, ਜਿਉਂਦੀਆਂ ਲਾਸ਼ਾਂ ਜ਼ਿਆਦਾ ਤੁਰੀਆਂ ਫਿਰਦੀਆਂ। ਜਿਉਂਦੀਆਂ ਲਾਸ਼ਾਂ ਜ਼ਿਆਦਾ ਨੇ, ਮਰਿਆਂ ਦੀਆਂ ਲਾਸ਼ਾਂ ਘੱਟ ਨੇ। ਕਿਉਂ? ਬਾਣੀ ਕਹਿੰਦੀ ਜਿਨ੍ਹਾਂ ਨੂੰ ਪਰਮੇਸ਼ਰ ਦੀ ਨਾ ਪਤਾ ਲੱਗਿਆ, ਉਹਨਾਂ ਵਿਚਾਰਿਆਂ ਨੂੰ ਸਾਰੀ ਦੀ ਸਾਰੀ ਉਮਰ ਆਪਣਾ ਸਰੀਰ ਢੋਣਾ ਪੈਂਦਾ ਹੈ। ਕਿਉਂਕਿ ਜ਼ਿੰਦਗੀ ਵਿੱਚ ਆਨੰਦ ਕੋਈ ਨਹੀਂ ਹੁੰਦਾ, ਸਾਰੀ ਉਮਰ ਸਰੀਰ ਢੋਂਦੇ ਰਹਿੰਦੇ ਨੇ। ਇਹ ਸਰੀਰ ਦੇ ਬੋਝ 'ਤੇ ਹੀ ਮਰ ਜਾਂਦੇ ਨੇ, ਸਰੀਰ ਦੇ ਬੋਝ 'ਤੇ ਹੀ ਜਨਮ ਹੋਇਆ, ਸਰੀਰ ਦੇ ਬੋਝ 'ਤੇ ਹੀ ਖਤਮ ਹੋ। ਜ਼ਿੰਦਗੀ ਵਿੱਚ ਕੋਈ ਆਨੰਦ ਨਹੀਂ, ਕੋਈ ਸ਼ਾਂਤੀ ਨਹੀਂ। ਰੋਜ਼ ਸੂਰਜ ਝਲਦਾ ਹੈ, ਢਲ ਜਾਂਦਾ ਹੈ, ਉਹੀ ਖਾਣਾ, ਉਹੀ ਪਾਉਣਾ, ਉਹੀ ਗੁੱਸਾ, ਉਹੀ ਕ੍ਰੋਧ, ਉਹੀ ਹੰਕਾਰ, ਉਹ ਤੁਰਿਆ ਜਾਂਦਾ ਹੈ, ਸੂਰਜ ਨਿਕਲੀ ਜਾਂਦਾ ਹੈ, ਛਪੀ ਜਾਂਦਾ ਹੈ, ਬਦਲਾਅ ਕੋਈ ਨਹੀਂ। ਫਿਰ ਜਿਸ ਦੇ ਅੰਦਰ ਬਦਲਾਅ ਨਹੀਂ ਨਾ ਆਇਆ, ਜਿਵੇਂ ਐਵੇਂ ਸਮਝੋ ਜਿਹੜੇ ਪਾਣੀ ਖਲੋ ਜਾਣ ਉਹਨਾਂ ਦੇ ਵਿੱਚੋਂ ਫਿਰ ਬਦਬੂ ਮਾਰਦੀ ਹੈ। ਰੁਕੇ ਹੋਏ ਪਾਣੀਆਂ ਦੇ ਅੰਦਰੋਂ ਕਦੀ ਚੱਲਦੇ ਹੋਏ ਪਾਣੀਆਂ 'ਚੋਂ ਬਦਬੂ ਨਹੀਂ ਆਏਗੀ। ਛੱਪੜਾਂ ਦੇ ਕੰਢਿਆਂ 'ਤੇ ਖਲੋਇਆ ਨਹੀਂ ਜਾਂਦਾ। ਕਾਰਨ ਕੀ ਹੈ? ਪਾਣੀ ਰੁਕ ਗਿਆ। ਜਿਨ੍ਹਾਂ ਦੀ ਸੁਰਤ, ਜਿਨ੍ਹਾਂ ਦੇ ਮਨ ਰੁਕ ਗਏ ਨੇ, ਉਹਨਾਂ ਦੇ ਕੋਲ ਬੈਠਾ ਵੀ ਨਹੀਂ ਜਾਂਦਾ। ਕਿਉਂ? ਕਿਉਂਕਿ ਉਹਨਾਂ ਦੇ ਕੋਲ ਬੈਠਿਆਂ ਮਨ ਵਿਆਕੁਲ ਹੁੰਦਾ ਹੈ, ਭੱਜਦਾ ਹੈ, ਮਨ ਪਰੇਸ਼ਾਨ ਹੁੰਦਾ ਹੈ। ਉਹਨਾਂ ਕਿਸੇ ਦੀ ਨਿੰਦਾ ਕਰਨੀ ਹੈ, ਕਿਸੇ ਦੀ ਚੁਗਲੀ ਕਰਨੀ ਹੈ, ਕਿਸੇ ਦੀ ਬਦਖਿਲੀ ਕਰਨੀ ਹੈ। ਐਸੀਆਂ ਚੀਜ਼ਾਂ, ਐਸੀਆਂ ਆਦਤਾਂ ਉਹਨਾਂ ਦੀਆਂ ਬਣ ਜਾਂਦੀਆਂ ਨੇ। ਫਿਰ ਉਹਨਾਂ ਦੇ ਕੋਲ ਬਹਿ ਕੇ ਹੋਰ ਅਗਨ ਵੱਧਦੀ ਹੈ, ਪਾਪਾਂ ਦਾ ਬੋਝ ਹੋਰ ਵੱਧਦਾ ਹੈ। ਇਸ ਕਰਕੇ ਸਾਹਿਬ ਜੀ, ਸ਼੍ਰੀ ਅਮਰਦਾਸ ਜੀ ਕਹਿ ਰਹੇ ਹਨ, ਹੇ ਬੀਬੀ ਮੇਰਾ ਮਨ ਮਰਿਆ ਹੋਇਆ ਹੈ, ਜੇ ਕਿਤੇ ਗੁਰੂ ਦਾ ਸ਼ਬਦ ਮੈਨੂੰ ਮਿਲ ਜਾਏ, ਗੁਰੂ ਦੇ ਸ਼ਬਦ ਦਾ ਅੰਮ੍ਰਿਤ ਮੈਨੂੰ ਮਿਲ ਜਾਏ, ਮੈਂ ਜਿਉਂਦਾ ਹੋ ਜਾਵਾਂਗਾ। ਸੁਣ ਅਮਰੋ ਨੇ ਪੁੰਨ ਭੰਨਿਓ ਤੁਮ ਬ੍ਰਿਧ ਹਮਾਰੇ। ਬੀਬੀ ਅਮਰੋ ਜੀ ਕਹਿਣ ਲੱਗੇ, ਕਹਿੰਦੇ ਸੁਣੋ ਮੇਰੀ ਬੇਨਤੀ, ਤੁਸੀਂ ਸਾਡੇ ਬਜ਼ੁਰਗ ਹੋ। ਕਹਿਓ ਨਹਿ ਮਾਨੋ ਬੈਨ ਕੋ ਮੈਂ ਬਿਨਾ ਵਿਚਾਰੇ। ਮੈਂ ਤੁਹਾਡੇ ਬੈਣ, ਜੋ ਤੁਸੀਂ ਮੈਨੂੰ ਕਹੇ ਨੇ, ਮੈਂ ਬਿਨਾ ਵਿਚਾਰੇ ਹੀ ਤੁਹਾਡੇ ਨਾਲ ਚੱਲਾਂਗੀ। ਮੈਨੂੰ ਇਸ 'ਤੇ ਕੋਈ ਵਿਚਾਰ ਕਰਨ ਦੀ ਲੋੜ ਨਹੀਂ ਹੈ। ਮੋਕੋ ਸਸੁਰ ਸਥਾਨ ਹੋ ਸਮ ਪਿਤਾ ਵਿਚਾਰੋ। ਤੁਸੀਂ ਤੇ ਮੇਰੇ ਸਸੁਰ ਦੇ ਸਥਾਨ ਹੋ, ਤੁਸੀਂ ਮੇਰੇ ਸਹੁਰੇ ਦੇ ਸਥਾਨ ਹੋ, ਨਾਲ ਦੀ ਨਾਲ ਤੁਸੀਂ ਤੇ ਮੇਰੇ ਪਿਤਾ ਦੇ ਵੀ ਸਮਾਨ ਮੈਂ ਤੁਹਾਨੂੰ ਸਮਝਦੀ ਹਾਂ। ਇੱਕ ਪ੍ਰੰਤ ਮੈਂ ਡਰਤ ਹਾਂ ਬਿਨ ਕਹੇ ਪਧਾਰੋ। ਪਰ ਇੱਕ ਗੱਲ ਤੋਂ ਮੈਂ ਡਰਦੀ ਹਾਂ, ਮੇਰੇ ਗੁਰੂ ਸਾਹਿਬ ਨੇ, ਮੇਰੇ ਪਿਤਾ ਨੇ ਆਗਿਆ ਦਿੱਤੀ ਹੈ ਵੀ ਸਹੁਰਿਆਂ 'ਤੇ ਕਦੀ ਬਿਨਾ ਪੁੱਛੇ ਨਹੀਂ ਆਉਣਾ, ਕਦੀ ਪੇਕਿਆਂ 'ਤੇ ਬਿਨਾ ਪੁੱਛੇ ਨਹੀਂ ਆਉਣਾ ਸਹੁਰਿਆਂ ਤੋਂ। ਇਸ ਕਰਕੇ ਮੇਰੇ ਕੋਲ ਮੇਰੇ ਪਿਤਾ ਦੀ ਆਗਿਆ ਨਹੀਂ ਹੈ, ਮੈਂ ਇਸ ਗੱਲ ਤੋਂ ਡਰਦੀ ਹਾਂ। ਪਿਤ ਸਤਿਗੁਰ ਕੋ ਅਦਬ ਸੋ ਦਰਸੋਂ ਪਦਰਸਨਾ। ਮੈਂ ਆਪਣੇ ਪਿਤਾ ਸਤਿਗੁਰੂ ਦੇ ਬੜੇ ਅਦਬ ਦੇ ਨਾਲ ਦਰਸ਼ਨ ਕਰਦੀ ਹਾਂ। ਮੈਨੂੰ ਡਰ ਇਹ ਹੀ ਹੈ ਕਿਤੇ ਮੈਂ ਬਿਨਾ ਗੁਰੂ ਜੀ ਨੇ ਕੋਈ ਸੰਦੇਸ਼ਾ ਤੇ ਭੇਜਿਆ ਨੇ ਵੀ ਪੁੱਤਰੀ ਘਰ ਆ ਜਾ। ਇਹੀ ਤੇ ਪਹਿਲਾਂ ਸਾਡੇ ਸਮਾਜ ਦੇ ਅੰਦਰ ਬੜੀਆਂ ਸੋਹਣੀਆਂ ਪਰੰਪਰਾਵਾਂ ਸਨ।
ਬੀਬੀ ਨੇ ਆਪਣੇ ਪੇਕਿਆਂ ਤੇ ਵੀ ਜਾਣਾ ਹੁੰਦਾ ਸੀ। ਪਹਿਲਾਂ ਮਾਂ-ਬਾਪ ਸੱਦਦੇ ਸਨ ਤੇ ਜਾਂਦੇ ਸਨ। ਕੋਈ ਘਰ ਕੋਈ ਝਗੜਾ ਲੜਾਈ ਵੀ ਹੋਣੀ, ਜਦੋਂ ਤਾਈਂ ਪਿਤਾ ਦੀ ਆਗਿਆ ਨਹੀਂ ਸੀ ਹੁੰਦੀ, ਬੀਬੀ ਘਰ ਨਹੀਂ ਸੀ ਜਾਇਆ ਕਰਦੀ। ਐਵੇਂ ਉਹ ਕਹਿੰਦੇ ਨੇ, ਬੀਬੀ ਅਮਰੋ ਜੀ ਮੇਰੇ ਪਿਤਾ ਜੀ ਦਾ ਹੁਕਮ ਹੈ, ਬਿਨਾਂ ਆਗਿਆ ਤੋਂ ਤੁਸੀਂ ਘਰ ਨਹੀਂ ਆਉਣਾ। ਤਿੰਨ ਰਜ਼ਾਏ ਮੈਂ ਨਿਤ ਰਹਾਂ, ਬਹੁ ਕਰੋ ਪ੍ਰਸੰਨਾ। ਕਹਿੰਦੇ ਇਸ ਕਰਕੇ ਮੈਂ ਉਹਨਾਂ ਦੀ ਰਜ਼ਾ ਵਿੱਚ ਸਦਾ ਰਹਿੰਦੀ ਹਾਂ ਤੇ ਉਹਨਾਂ ਨੂੰ ਬੜਾ ਪ੍ਰਸੰਨ ਕਰਦੀ ਹਾਂ। ਜਾਵੋ ਨਿਕਟ ਨਾ ਬਿਨ ਕਹੇ, ਬਿਨ ਵਿਦਾ ਨਾ ਆਵੋ। ਮੈਂ ਉਹਨਾਂ ਦੇ ਕਹੇ ਤੋਂ ਬਗੈਰ ਉੱਥੇ ਆਪਣੇ ਪੇਕੇ ਘਰ ਨਹੀਂ ਜਾਣਾ। ਜਦੋਂ ਤਾਈਂ ਮੇਰੇ ਪਿਤਾ ਜੀ ਮੈਨੂੰ ਆਗਿਆ ਨਹੀਂ ਦੇਣਗੇ, ਉਦੋਂ ਤਾਈਂ ਮੈਂ ਘਰੋਂ ਵਾਪਸ ਵੀ ਨਹੀਂ ਆਉਂਦੀ ਹਾਂ। ਰਸ ਕਰ ਕਛ ਨਹਿ ਅਬ ਕਹੈ, ਜਾਤੇ ਡਰ ਪਾਵੋ। ਮੈਨੂੰ ਡਰ ਲੱਗਦਾ ਹੈ ਕਿਤੇ ਮੈਂ ਘਰ ਹੀ ਚਲੀ ਜਾਵਾਂ ਬਿਨਾਂ ਪੁੱਛੇ, ਤੇ ਕਿਤੇ ਮੇਰੇ ਪਿਤਾ ਜੀ ਗੁੱਸੇ ਹੋਣ, ਇਸ ਕਰਕੇ ਮੈਂ ਡਰਦੀ ਪਈ ਹਾਂ। ਸੁਣ ਬੋਲੇ ਸ੍ਰੀ ਅਮਰ ਜੀ, ਤੂੰ ਮਤ ਕਰ ਚਿੰਤਾ। ਸ਼੍ਰੀ ਅਮਰਦਾਸ ਜੀ ਕਹਿੰਦੇ ਨੇ, ਕਹਿੰਦੇ ਬੀਬੀ ਤੂੰ ਚਿੰਤਾ ਨਾ ਕਰ, ਕਿਸੇ ਪ੍ਰਕਾਰ ਦਾ ਆਪਣੇ ਅੰਦਰ ਸਹਿਮ ਨਾ ਰੱਖ। ਅੰਤਰ ਜਾਮੀ ਘਟਨ ਕੇ ਹੋਏ ਜੇ ਭਗਵੰਤਾ। ਜੇ ਗੁਰੂ ਜੀ ਅੰਤਰਜਾਮੀ ਹੋਣਗੇ ਫਿਰ ਉਹ ਤੈਨੂੰ ਕੁਛ ਨਹੀਂ ਕਹਿਣਗੇ, ਕਿਉਂਕਿ ਗੁਰੂ ਤੇ ਮੇਰੇ ਦਿਲ ਦੀ ਵੀ ਤੇ ਗੱਲ ਜਾਣਦਾ ਹੈ ਨਾ ਵੀ ਇਹਨੇ ਦਰਸ਼ਨ ਕਰਨੇ ਨੇ। ਜੇ ਗੁਰੂ ਅੰਤਰਜਾਮੀ ਹੋਏਗਾ ਫਿਰ ਗੁਰੂ ਤੇਰੇ ਤੇ ਗੁੱਸਾ ਨਹੀਂ ਕਰੇਗਾ। ਤੋ ਨਾ ਕਰਹਿ ਮਨ ਭੰਗ ਕੋ, ਫੇਰਹਿ ਮਨ ਪ੍ਰੇਮਾ। ਕਹਿੰਦੇ ਉਹ ਆਪਣੇ ਮਨ ਵਿੱਚ ਕਿਸੇ ਵੀ ਪ੍ਰਕਾਰ ਦਾ ਗੁੱਸਾ ਨਹੀਂ ਕਰਨਗੇ, ਸਗੋਂ ਉਹ ਤੇ ਮੈਨੂੰ ਆਪਣਾ ਦਾਸ ਜਾਣ ਕੇ ਬੜਾ ਪ੍ਰੇਮ ਵੀ ਕਰਨਗੇ। ਦਾਸ ਜਾਨ ਡਿਗ ਰਾਖ ਹੈ, ਤੈ ਹੈ ਮਗ ਛੇਮਾ। ਉਹ ਤੇ ਮੈਨੂੰ, ਮੈਂ ਉਹਨਾਂ ਕੋਲ ਬੜਾ ਚਿਰ ਤੋਂ ਪਰਮਾਤਮਾ ਅੱਗੇ ਬੇਨਤੀਆਂ ਕਰ ਰਿਹਾ, ਮੈਨੂੰ ਪੂਰੇ ਗੁਰੂ ਦਾ ਮਿਲਾਪ ਹੋ ਜਾਏ। ਜਦੋਂ ਮੈਂ ਗੁਰੂ ਦੇ ਸਾਹਮਣੇ ਜਾਵਾਂਗਾ, ਗੁਰੂ ਗੁੱਸਾ ਨਹੀਂ ਕਰੇਗਾ, ਬਲਕਿ ਮੈਨੂੰ ਮੁਕਤੀ ਦਾ ਮਾਰਗ ਦੇ ਦੇਵੇਗਾ। ਬ੍ਰਿਤ ਬਿਨੈ ਸੁਨ ਦੀਨ ਕੀ, ਅਮਰੋ ਕਰ ਤਿਆਰੀ। ਕਹਿੰਦੇ ਫਿਰ ਆਪਣੇ ਸਹੁਰੇ ਭਾਵ ਸ਼੍ਰੀ ਅਮਰਦਾਸ ਜੀ ਦੀ ਆਗਿਆ ਮੰਨ ਕੇ ਬੀਬੀ ਅਮਰੋ ਜੀ ਨੇ ਹੁਣ ਖਡੂਰ ਸਾਹਿਬ ਚੱਲਣ ਦੀ ਤਿਆਰੀ ਕੀਤੀ ਹੈ। ਜੀਵਰ ਲੀਏ ਹਕਾਰ ਕੈ, ਚੜ ਕਰ ਅਸਵਾਰੀ। ਪਹਿਲਾਂ ਡੋਲੀਆਂ ਦੇ ਵਿੱਚ ਹੀ ਬੀਬੀਆਂ ਆਇਆ ਜਾਇਆ ਕਰਦੀਆਂ ਸਨ, ਇਸ ਕਰਕੇ ਜਿਹੜੇ ਝੀਵਰ ਸਨ ਉਹ ਡੋਲੀ ਨੂੰ ਲੈ ਕੇ ਜਾਂਦੇ ਸਨ, ਉਹਨਾਂ ਨੂੰ ਮੰਗਵਾ ਲਿਆ ਹੈ। ਚੱਲੇ ਪੰਥ ਸੁਭ ਸਗੁਣ ਤੇ, ਸੁਭ ਬਹੀ ਸਮੀਰਾ। ਸਹੀ ਸਮਾਂ ਵੇਖ ਕੇ, ਐਸਾ ਸਮਾਂ ਵੇਖ ਕੇ ਵੀ ਰਾਹ ਵਿੱਚ ਰਾਤ ਵੀ ਨਾ ਪਏ। ਕਹਿੰਦੇ ਬੜੀ ਮਧੁਰ ਜੀ ਹਵਾ ਚੱਲ ਰਹੀ ਸੀ। ਬੀਬੀ ਅਮਰੋ ਜੀ ਅਤੇ ਸ਼੍ਰੀ ਅਮਰਦਾਸ ਜੀ ਖਡੂਰ ਸਾਹਿਬ ਵੱਲ ਨੂੰ ਚੱਲ ਪਏ ਹਨ। ਪਰਖਤ ਹਰਖਤ ਚਿੱਤ ਮਹਿ, ਹੁਏ ਕਾਜ ਬਹੀਰਾ। ਕਹਿੰਦੇ ਆਪਣੇ ਹਿਰਦੇ ਵਿੱਚ ਵਿਚਾਰ ਕੇ ਪ੍ਰਸੰਨ ਹੋ ਰਹੇ ਨੇ ਵੀ ਅੱਜ ਗੁਰੂ ਦੇ ਦਰਬਾਰੇ ਚੱਲਿਆ, ਅੱਜ ਵੇਖੀ ਮੇਰਾ ਬਹੁਤ ਬੜਾ ਜਿਹੜਾ ਵੱਡਾ ਕੰਮ ਹੈ ਉਹ ਅੱਜ ਸਫਲ ਹੋ ਜਾਏਗਾ। ਸਨੇ ਸਨੇ ਮਾਰਗ ਚਲੇ, ਪ੍ਰਿਖ ਗਾਮ ਖਡੂਰਾ। ਰਾਮ ਰਾਮ ਨਾਲ ਚਲਦੇ ਚਲਦੇ ਦੂਰੋਂ ਵੇਖਦੇ ਨੇ ਖਡੂਰ ਸਾਹਿਬ ਆ ਗਿਆ ਹੈ। ਬੀਬੀ ਅਮਰੋ ਤਬ ਕਹਿਓ, ਪਿਤ ਸਤਿਗੁਰ ਪੂਰਾ। ਕਹਿੰਦੇ ਫਿਰ ਬੀਬੀ ਅਮਰੋ ਜੀ ਨੇ ਦੂਰੋਂ ਵੇਖ ਕੇ ਖਡੂਰ ਸਾਹਿਬ ਨੂੰ ਕਿਹਾ ਹੈ, ਇੱਥੇ ਮੇਰਾ ਗੁਰੂ ਪਿਤਾ, ਮੇਰਾ ਸਤਿਗੁਰ ਪੂਰਾ ਗੁਰੂ ਅੰਗਦ ਦੇਵ ਜੀ ਰਹਿੰਦੇ ਹਨ। ਰਾਮ ਨਿਕਟ ਬੈਠੀਏ, ਮੈਂ ਜਾਉ ਅਗਾਰੀ। ਬੀਬੀ ਅਮਰੋ ਜੀ ਕਹਿੰਦੇ ਨੇ, ਹੈ ਬਿਰਧ ਜੀ, ਆਪਣੇ ਸਹੁਰੇ ਨੂੰ ਕਹਿੰਦੇ ਨੇ ਸ਼੍ਰੀ ਅਮਰਦਾਸ ਜੀ ਨੂੰ, ਤੁਸੀਂ ਇੱਥੇ ਬੈਠੋ, ਮੈਂ ਇੱਕ ਵਾਰੀ ਪਿੰਡ ਦੇ ਵਿੱਚ ਜਾ ਕੇ ਆਉਂਦੀ ਹਾਂ। ਇੱਕ ਸੁਭਾਵ ਸਤਿਗੁਰੂ ਕੋ, ਪੁੰਨ ਲੇਹੂ ਹੰਕਾਰੀ। ਮੈਂ ਪਹਿਲਾਂ ਜਾ ਕੇ ਗੁਰੂ ਦਾ ਸੁਭਾਅ ਇੰਨੀ ਆ ਵੀ ਕਦੀ ਮੈਨੂੰ ਵੇਖ ਕੇ ਗੁੱਸਾ ਹੀ ਨਾ ਕਰਨ। ਜੇ ਉਹਨਾਂ ਦਾ ਸੁਭਾਅ ਠੀਕ ਹੋਇਆ ਮੈਂ ਤੁਹਾਨੂੰ ਵੀ ਆਵਾਜ਼ ਲਗਾ ਲਵਾਂਗੀ। ਆਗਿਆ ਕਰੇ ਪ੍ਰਸੰਨ ਹੋਏ, ਪੁੱਛੋ ਜਬ ਜਾਈ। ਮੈਂ ਜਾਵਾਂਗੀ, ਜੇ ਗੁਰੂ ਜੀ ਪ੍ਰਸੰਨ ਹੋਣਗੇ ਮੈਨੂੰ ਉਹ ਆਗਿਆ ਕਰਨਗੇ, ਮੈਂ ਉਹਨਾਂ ਨੂੰ ਪੁੱਛ ਕੇ ਤੁਹਾਨੂੰ ਵੀ ਬਾਹਰੋਂ ਆਵਾਜ਼ ਲਗਾ ਲਵਾਂਗੀ। ਮਿਲੋ ਬਹੁਰ ਟਿਕ ਰਹੋ, ਤਿੰਨ ਲੱਖ ਚਲੋ ਰਜਾਈ। ਕਹਿੰਦੇ ਜੇ ਉਹ ਪ੍ਰਸੰਨ ਹੋ ਕੇ ਆਗਿਆ ਦੇ ਦੇਣਗੇ
ਤੁਸੀਂ ਫਿਰ ਸ਼੍ਰੀ ਅਮਰਦਾਸ ਜੀ ਸਦਾ ਹੀ ਉਹਨਾਂ ਦੇ ਕੋਲ ਰਹਿਣਾ ਤੇ ਆਪਣੀ ਪ੍ਰਸੰਨਤਾ ਪ੍ਰਾਪਤ ਕਰਦੇ ਰਹਿਣਾ। ਇਮ ਧੀਰਜ ਦੇ ਕਰ ਭਲੇ ਚੱਲ ਗਈ ਅਗਾਰੇ। ਐਵੇਂ ਬੜਾ ਧੀਰਜ ਦੇ ਕੇ ਸ਼੍ਰੀ ਅਮਰਦਾਸ ਜੀ ਨੂੰ ਬੀਬੀ ਅਮਰੋ ਜੀ ਜਾ ਕੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਪਹੁੰਚ ਗਏ ਹਨ। ਪਿਤਾ ਸਾਥ ਹਿਤ ਕਰ ਮਿਲੀ ਵੱਡ ਸਰਤਾ ਧਾਰੇ। ਕਹਿੰਦੇ ਆਪਣੇ ਪਿਤਾ ਜੀ ਨੂੰ ਜਾ ਕੇ ਮਿਲੇ ਨੇ, ਬੜੀ ਸ਼ਰਧਾ ਧਾਰਨ ਕਰਕੇ ਉਹਨਾਂ ਨੂੰ ਨਮਸਕਾਰ ਕੀਤੀ ਹੈ। ਘਰ ਅੰਤਰ ਬੈਠੀ ਨਿਕਟ ਗੁਰੂ ਅੰਤਰਜਾਮੀ। ਗੁਰੂ ਸਾਹਿਬ ਅੰਤਰਜਾਮੀ ਨੇ, ਉਹਨਾਂ ਦੇ ਕੋਲ ਜਾ ਕੇ ਬੀਬੀ ਅਮਰੋ ਜੀ ਬੈਠੇ ਹਨ ਘਰ ਦੇ ਵਿੱਚ। ਕਹਿਓ ਬੁਲਾਇਓ ਤੁਝ ਨਹੀਂ ਆਈ ਕਿਸ ਕਾਮੀ। ਪੁੱਛਣ ਲੱਗੇ ਤੈਨੂੰ ਬੁਲਾਇਆ ਤੇ ਨਹੀਂ ਸੀ ਬੀਬੀ, ਬੇਟਾ ਤੈਨੂੰ ਬੁਲਾਇਆ ਤੇ ਨਹੀਂ, ਕਿਹੜੇ ਕੰਮ ਆਈ ਹੈ, ਸਾਨੂੰ ਇਹ ਕੰਮ ਦੱਸਣਾ ਕਰ। ਬਨਹਿ ਨਾ ਆਵਨ ਬਿਨ ਭਨੇ ਕਿਉਂ ਚੱਲ ਘਰ ਆਏ। ਬਿਨਾਂ ਗੱਲ ਤੋਂ ਤੇ ਤੁਹਾਨੂੰ ਆਉਣਾ ਨਹੀਂ ਸੀ ਚਾਹੀਦਾ, ਮੈਨੂੰ ਇਹ ਦੱਸੋ ਤੁਸੀਂ ਕਿਹੜੀ ਗੱਲ ਕਰਕੇ ਚੱਲ ਕੇ ਆਏ ਹੋ। ਜਿਨਹੂ ਸੰਗ ਆਨਿਓ ਹੁਤੋ ਤਿਸ ਕਿਉਂ ਨਹਿ ਲਿਆਏ। ਜਿਨ੍ਹਾਂ ਨੂੰ ਨਾਲ ਲਿਆਏ ਹੋ, ਪਿੰਡੋਂ ਬਾਹਰ ਭਾ ਕੇ ਆਏ ਹੋ, ਉਹਨਾਂ ਨੂੰ ਕਿਉਂ ਨਹੀਂ ਨਾਲ ਲੈ ਕੇ। ਅੰਤਰਜਾਮੀ ਨੇ ਗੁਰੂ, ਕਹਿੰਦੇ ਉਹਨਾਂ ਨੂੰ ਵੀ ਬਾਹਰੋਂ ਅੰਦਰ ਲੈ ਕੇ ਆਵੋ। ਕਹਿਓ ਜੋਰ ਕਰ ਜਾਏ ਮੈਂ ਆਨੂ ਅਬ ਅਪਾਸਾ। ਹੱਥ ਜੋੜ ਕੇ ਬੀਬੀ ਅਮਰੋ ਜੀ ਕਹਿੰਦੇ ਨੇ, ਸਾਹਿਬ ਜੀ ਮੈਂ ਤੁਹਾਡੀ ਆਗਿਆ ਦੀ ਉਡੀਕ ਕਰ ਰਹੀ ਸੀ, ਤੁਸੀਂ ਮੈਨੂੰ ਆਗਿਆ ਦਿੱਤੀ ਹੈ, ਮੈਂ ਹੁਣੇ ਉਹਨਾਂ ਨੂੰ ਬੁਲਾ ਕੇ ਲਿਆਉਂਦੀ ਹਾਂ। ਆਇਸ ਬਿਨ ਨਹਿ ਮਿਲ ਸਕੈ ਬਹੁ ਧਰੇ ਹੁਲਾਸਾ। ਇਸ ਕਰਕੇ ਤੁਹਾਡੀ ਆਗਿਆ ਤੋਂ ਬਿਨਾਂ ਤੁਹਾਨੂੰ ਨਹੀਂ ਸੀ ਮਿਲ ਸਕਦੇ, ਹੁਣ ਤੁਹਾਡੀ ਆਗਿਆ ਹੋ ਗਈ ਹੈ, ਮੈਂ ਉਹਨਾਂ ਨੂੰ ਬੁਲਾ ਕੇ ਲੈ ਕੇ ਆਉਂਦੀ ਹਾਂ। ਗਈ ਆਪ ਹੀ ਉੱਠ ਬਹੋਰ ਤਿਸ ਜਾਏ ਹਕਾਰਾ। ਇਸ ਕਰਕੇ ਬੀਬੀ ਅਮਰੋ ਜੀ ਆਪ ਹੀ ਉੱਠ ਕੇ ਗਏ ਹਨ ਅਤੇ ਸ਼੍ਰੀ ਅਮਰਦਾਸ ਜੀ ਨੂੰ ਅੰਦਰ ਬੁਲਾ ਲਿਆ ਹੈ। ਹਿਰਦੇ ਆਨੰਦ ਬਿਲੰਦ ਧਰ ਪਹੁੰਚੋ ਦਰਬਾਰਾ। ਹਿਰਦੇ ਵਿੱਚ ਬੜਾ ਆਨੰਦ ਧਰ ਕੇ, ਬਹੁਤ ਜ਼ਿਆਦਾ ਆਨੰਦ ਹੈ। ਸ਼੍ਰੀ ਅਮਰਦਾਸ ਜੀ, ਗੁਰੂ ਅਮਰਦਾਸ ਜੀ ਹੁਣ ਦਰਬਾਰ ਦੇ ਵਿੱਚ ਪਹੁੰਚ ਗਏ ਹਨ। ਦਰਸ਼ਨ ਕੀਨਸ ਜਾਏ ਕੈ ਮੁਖ ਕਮਲ ਵਿਕਾਸਾ। ਕਹਿੰਦੇ ਜਾ ਕੇ ਦਰਸ਼ਨ ਕੀਤੇ, ਸਾਹਿਬ ਜੀ ਦਾ ਮੁਖੜਾ ਇਵੇਂ ਚਮਕ ਰਿਹਾ ਸੀ ਜਿਵੇਂ ਕਮਲ ਦਾ ਫੁੱਲ ਚਮਕਦਾ ਹੋਏ। ਮੇਰੇ ਸਾਹਿਬ ਜੀ ਦਾ ਜਿਹੜਾ ਨੂਰ ਹੈ ਉਹ ਬਿਲਕੁਲ ਕੁਦਰਤੀ ਹੈ। ਮੇਰੇ ਸਾਹਿਬ ਜੀ ਦਾ ਜਿਹੜਾ ਚਿਹਰਾ ਹੈ ਉਹ ਬਹੁਤ ਚਮਕ ਰਿਹਾ ਹੈ। ਰਾਗ ਦਵੈਸ ਸੁਖ ਦੁਖ ਵਿਖੇ ਬ੍ਰਿਤ ਜਿਨਹੁ ਉਦਾਸਾ। ਕਿਉਂਕਿ ਉਹਨਾਂ ਦੀ ਬਿਰਤੀ ਈਰਖਾ ਦਵੈਸ਼ ਮੋਹ ਤੋਂ, ਇਹਨਾਂ ਚੀਜ਼ਾਂ ਤੋਂ ਉੱਤੇ ਉੱਠੀ ਹੋਈ ਹੈ, ਤਾਂ ਕਰਕੇ ਸਾਹਿਬ ਜੀ ਆਨੰਦ ਦੇ ਵਿੱਚ ਬੈਠੇ ਹਨ। ਲੱਖ ਸੰਸਾਰ ਸੰਬੰਧ ਕੋ ਹੋਏ ਸਤਿਗੁਰ ਠਾਂਡੇ। ਹੁਣ ਸਾਹਿਬ ਜੀ ਰਿਸ਼ਤੇ ਦੇ ਵਿੱਚ ਕੁੜਮ ਲੱਗਦੇ ਸਨ, ਇਸ ਕਰਕੇ ਗੁਰੂ ਅੰਗਦ ਸਾਹਿਬ ਜੀ ਨੇ ਸੋਚਿਆ ਸਾਡੇ ਕੁੜਮ ਆਏ ਨੇ ਰਿਸ਼ਤੇ ਦੇ ਵਿੱਚ, ਇਸ ਕਰਕੇ ਉਹ ਖੜੇ ਹੋ ਗਏ ਹਨ। ਗੱਲ ਮਿਲਵੇ ਕਹੋ ਚਾਰ ਭੇ ਪਟ ਕੇ ਕਰ ਡਾਂਟੇ। ਮਹਾਰਾਜ ਜੀ ਨੇ ਬੁੱਕਲ ਮਾਰੀ ਹੋਈ ਸੀ, ਇਸ ਕਰਕੇ ਉਹਨਾਂ ਨੂੰ ਗਲੇ ਮਿਲਣ ਲਈ ਬੁੱਕਲ ਦੇ ਵਿੱਚੋਂ ਗੁਰੂ ਅਮਰਦਾਸ ਜੀ ਨੇ ਹੱਥ ਕੱਢੇ ਹਨ। ਗੁਰੂ ਅੰਗਦ ਸਾਹਿਬ ਜੀ ਨੇ ਹੱਥ ਕੱਢੇ ਹਨ। ਚਰਨ ਗਹੇ ਸ੍ਰੀ ਅਮਰ ਤਬ ਬੰਧਨ ਕੋ ਠਾਨੀ। ਗੁਰੂ ਅਮਰਦਾਸ ਜੀ, ਸ਼੍ਰੀ ਅਮਰਦਾਸ ਜੀ, ਉਹਨਾਂ ਨੇ ਗਲੇ ਨਹੀਂ ਮਿਲੇ, ਜਾ ਕੇ ਉਹਨਾਂ ਦੇ ਚਰਨ ਫੜ ਲਏ ਨੇ। ਕਹਿੰਦੇ ਨੇ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਤੇ ਮੈਂ ਕੁਛ ਇੱਥੋਂ ਲੈਣ ਆਇਆ। ਕਈ ਵਾਰੀ ਇਹ ਬੇਨਤੀ ਕਰੀਦੀ ਹੈ, ਜਿਸ ਦਿਨ ਗੁਰੂ ਦੇ ਦਰ ਤੋਂ ਕੁਛ ਲੈਣਾ ਹੈ, ਫਿਰ ਗੁਰੂ ਦੇ ਦਰ ਤੇ ਕੁਛ ਬਣ ਕੇ ਨਹੀਂ ਆਉਣਾ ਚਾਹੀਦਾ। ਗੁਰੂ ਉਦੋਂ ਕੁਛ ਦਿੰਦਾ ਹੈ ਜਦੋਂ ਮਨੁੱਖ ਬਿਲਕੁਲ ਆਪਣੇ ਅੰਦਰ ਦੀ ਕਰਨਾ ਨੂੰ ਲੈ ਕੇ ਆਉਂਦਾ ਹੈ, ਆਪਣੇ ਅੰਦਰ ਦੇ ਪਿਆਰ ਨੂੰ ਲੈ ਕੇ ਆਉਂਦਾ ਹੈ। ਜਦੋਂ ਤੋਂ ਇਹਨੂੰ ਇਹ ਹੈ ਮੈਂ ਕੁਛ ਹਾਂ, ਮੈਂ ਫਲਾਣੇ ਪਿੰਡ ਦਾ ਬੜਾ ਵੱਡਾ ਜ਼ਿਮੀਂਦਾਰ ਹਾਂ, ਮੈਂ ਗੁਰਦੁਆਰੇ ਚੱਲਾਂ, ਗੁਰਦੁਆਰੇ ਦੇ ਵਿੱਚੋਂ ਜੇ ਕਿਸੇ ਨੇ ਕੁਝ ਮਾੜਾ ਕਹਿ ਵੀ ਦਿੱਤਾ, ਮਾੜੀ ਮੋਟੀ ਗੱਲ ਹੋ ਵੀ ਗਈ, ਇੱਕੋ ਦਮ ਆਪਣੇ ਆਪ ਦਾ ਹੰਕਾਰ ਉਜਾਗਰ ਕਰ ਦੇਣਾ, ਮੈਂ ਬਹੁਤ ਤਕੜਾ ਵਾਂ, ਮੈਨੂੰ ਗੱਲ ਕਿਵੇਂ ਕਹਿ ਦਿੱਤੀ, ਕਿ ਪਤਾ ਗੁਰੂ ਹੀ ਉਹਦੇ ਵਿੱਚੋਂ ਦੀ ਘਮਾਉਂਦਾ ਹੋਵੇ। ਇਸ ਕਰਕੇ ਕਈ ਵਾਰੀ ਮਨੁੱਖ ਦਾ ਹੰਕਾਰ
ਏਡੀ ਚਰਮ ਸੀਮਾ ਤੇ ਪਹੁੰਚ ਜਾਂਦਾ ਹੈ। ਇਹ ਨਾ ਗੁਰਦੁਆਰਿਆਂ ਨੂੰ ਬਖਸ਼ਦਾ ਹੈ, ਨਾ ਮੰਦਰ ਨੂੰ ਬਖਸ਼ਦਾ ਹੈ, ਨਾ ਮਸਜਿਦ ਨੂੰ ਬਖਸ਼ਦਾ। ਇਹਦੇ ਵਾਸਤੇ ਧਰਮ ਛੋਟਾ ਪੈ ਜਾਂਦਾ ਹੈ, ਹੰਕਾਰ ਵੱਡਾ ਹੋ ਜਾਂਦਾ। ਐਵੇਂ ਸ਼੍ਰੀ ਅਮਰਦਾਸ ਜੀ ਕਹਿਣ ਲੱਗੇ, ਮੈਂ ਅੱਜ ਗਲ ਨਹੀਂ ਮਿਲ ਸਕਦਾ, ਮੈਂ ਤੇ ਤੁਹਾਡੇ ਚਰਨ ਫੜਨ ਲਈ ਆਇਆ, ਮੈਂ ਤੁਹਾਡੇ ਤੋਂ ਕੁਝ ਲੈਣ ਲਈ ਆਇਆ ਹਾਂ। ਉਚਿਤ ਨਹੀਂ ਗਲ ਮਿਲਨ ਕੇ ਲੇਹੋ ਦਾਸ ਪਛਾਨੀ। ਹੁਣ ਗਲ ਮਿਲਣਾ ਠੀਕ ਨਹੀਂ ਹੈ, ਹੁਣ ਤੇ ਮੈਨੂੰ ਆਪਣਾ ਦਾਸ ਸਮਝੋ, ਆਪਣਾ ਨੌਕਰ ਸਮਝੋ ਮੈਨੂੰ। ਮੈਂ ਤੁਹਾਡਾ ਕੁੜਮ ਨਹੀਂ ਆ, ਪਰ ਬੜੀ ਵੱਡੀ ਗੱਲ ਹੈ ਇੰਨੀ ਗੱਲ ਕਹਿਣੀ, ਮੈਂ ਤੁਹਾਡਾ ਕੁੜਮ ਨਹੀਂ ਆ, ਹੁਣ ਮੈਂ ਤੁਹਾਡਾ ਨੌਕਰ ਹਾਂ। ਮੈਂ ਹੁਣ ਕੁਛ ਤੁਹਾਡਾ ਕੁੜਮ ਬਣ ਕੇ ਨਹੀਂ, ਤੁਹਾਡਾ ਸੇਵਾਦਾਰ ਬਣ ਕੇ ਆਇਆ ਹਾਂ। ਕੁਸ਼ਲ ਛੇਮ ਸਭ ਪੂਛ ਕੇ ਨਿਜ ਨਿਕਟ ਬਿਠਾਇਓ। ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ ਉਹਨਾਂ ਨੂੰ ਸੁੱਖ ਸ਼ਾਂਤੀ ਪੁੱਛ ਕੇ ਆਪਣੇ ਕੋਲ ਬਿਠਾਇਆ ਹੈ। ਐ ਪਰ ਬਾਤ ਪਛ ਜਗਤ ਕੀ ਬੂਝਤ ਹਰਖਾਇਓ। ਜਗਤ ਦੀਆਂ ਹੋਰ ਗੱਲਾਂ ਪੁੱਛਦੇ ਪੁੱਛਦੇ ਗੁਰੂ ਜੀ ਹੱਸ ਪਏ ਹਨ। ਕੇਤਕ ਸਮੋ ਬੀਤਿਓ ਜਬ ਹੈ ਬੈਠੇ ਗੁਰ ਪਾਸੂ। ਵਾਹ ਵਾਹ ਸਮਾਂ ਬੀਤ ਗਿਆ, ਉਹ ਗੁਰੂ ਜੀ ਦੇ ਕੋਲ ਹੀ ਬੈਠੇ ਸਨ। ਆਏ ਰਸੋਈਆ ਥਿਤ ਭਇਓ ਤੀਨਸ ਅਰਦਾਸੂ। ਹੁਣ ਰਸੋਈਆ ਜਿਹੜਾ ਹੈ ਉਹ ਚੱਲ ਕੇ ਗੁਰੂ ਸਾਹਿਬ ਜੀ ਦੇ ਕੋਲ ਆਇਆ ਅਤੇ ਉਸ ਨੇ ਆ ਕੇ ਅਰਦਾਸ ਕੀਤੀ ਹੈ। ਪ੍ਰਭ ਜੀ ਸਿੱਧ ਆਹਾਰ ਹੈ ਸੁਨ ਉਠੇ ਕਿਰਪਾਲਾ। ਕਹਿੰਦੇ ਮਹਾਰਾਜ ਭੋਜਨ ਤਿਆਰ ਹੋ ਗਿਆ, ਆਪ ਜੀ ਉਠੋ, ਆ ਕੇ ਭੋਜਨ ਛਕਣਾ ਕਰੋ। ਬੂਟੇ ਆਦਿਕ ਸਿੱਖ ਸਭ ਆਏ ਤਿਸ ਕਾਲਾ। ਬਾਬਾ ਬੁੱਢਾ ਜੀ ਅਤੇ ਇਤਿਆਦਿਕ ਹੋਰ ਜਿੰਨੇ ਵੀ ਸਿੱਖ ਸਨ, ਸਾਰੇ ਖੜੇ ਹੋ ਕੇ ਲੰਗਰ ਹਾਲ ਵੱਲ ਨੂੰ ਚੱਲ ਪਏ ਹਨ। ਪੰਕਤ ਬੈਠੀ ਮਿਲਤ ਬਹਿ ਗੁਰ ਬੀਚ ਸੁਹਾਏ। ਇਹ ਬੜੀ ਸੋਹਣੀ ਗੱਲ ਹੈ। ਅੱਜ ਇਹਦਾ ਘਾਟਾ ਪੈਂਦਾ ਜਾ ਰਿਹਾ ਇਸ ਗੱਲ ਦਾ। ਅੱਜ ਜਿਹੜੇ ਕੋਈ ਵੱਡੇ ਜਥੇਦਾਰ ਨੇ ਉਹ ਤੇ ਆਪਣੀ ਪੰਗਤ ਅੱਡ ਲਾਉਣਗੇ, ਸੰਗਤ ਵਿੱਚ ਬੈਠਦੇ ਹੀ ਨਹੀਂ। ਪਰ ਇੱਥੇ ਕਹਿ ਰਹੇ ਨੇ, ਇਤਿਹਾਸ ਦੱਸਦਾ ਹੈ, ਆਲੇ ਦੁਆਲੇ ਸੰਗਤ ਬੈਠੀ ਹੈ, ਵਿੱਚ ਟਾਟ ਤੇ ਆਪ ਗੁਰੂ ਅੰਗਦ ਸਾਹਿਬ ਵੀ ਬੈਠੇ ਨੇ। ਕਿੱਡੀ ਸੋਹਣੀ ਗੱਲ ਹੈ। ਮੇਰੇ ਗੁਰੂ ਸਾਹਿਬ ਨੇ ਇਹੀ ਤੇ ਫਰਕ ਦੂਰ ਕੀਤਾ। ਗੁਰੂ ਘਰ ਕੋਈ ਛੋਟਾ ਵੱਡਾ ਨਹੀਂ ਹੈ। ਛੋਟੇ ਵੱਡੇ ਰਾਜਸੀ ਲੋਕ ਹੁੰਦੇ ਨੇ, ਧਾਰਮਿਕ ਨਹੀਂ। ਧਾਰਮਿਕਤਾ ਦੇ ਵਿੱਚ ਕੋਈ ਛੋਟਾ ਵੱਡਾ ਨਹੀਂ। ਜਿੰਨਾ ਨਿਮਾਣਾ ਇੱਕ ਧਾਰਮਿਕ ਪੁਰਸ਼ ਹੁੰਦਾ ਹੈ, ਇਹਨਾਂ ਤੇ ਕੋਈ ਵੀ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ ਨੇ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰਤ ਲੈ। ਆਪਣੇ ਆਪ ਨੂੰ ਨੀਵਾਂ ਬਣਾ ਕੇ ਚੱਲ, ਆਪਣੇ ਆਪ ਨੂੰ ਕੁਛ ਮੰਨ ਨਾ। ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਵੱਡੇ ਵੱਡੇ ਹੰਕਾਰ ਕਰਨ ਵਾਲੇ ਗਰਭ 'ਚ ਗਲ ਗਏ ਨੇ। ਇਸ ਕਰਕੇ ਸਾਹਿਬ ਗੁਰੂ ਅੰਗਦ ਸਾਹਿਬ ਜੀ ਆਪ ਵਿੱਚ ਬੈਠੇ, ਨਾਲ ਪੰਗਤ 'ਚ ਆਸੇ ਪਾਸੇ ਸਿੱਖ ਵੀ ਬੈਠ ਗਏ ਹਨ। ਮਿਲ ਸੰਗਤ ਮਹਿ ਅਮਰ ਜੀ ਬੈਠੇ ਤਿਸ ਥਾਏ। ਗੁਰੂ ਅਮਰਦਾਸ ਸ਼੍ਰੀ ਅਮਰਦਾਸ ਜੀ ਵੀ ਜਾ ਕੇ ਪੰਗਤ ਦੇ ਵਿੱਚ ਬੈਠ ਗਏ ਹਨ। ਪਹਿਤ ਭਾਤ ਵਰਤੋ ਪ੍ਰਥਮ ਪੁਨ ਆਖਿਮ ਆਵਾ। ਪਹਿਲਾਂ ਚਾਵਲ ਅਤੇ ਦਾਲ ਇਹਨਾਂ ਦਾ ਲੰਗਰ ਚੱਲ ਰਿਹਾ ਸੀ। ਥੋੜੀ ਦੇਰ ਬਾਅਦ ਸ਼ਾਇਦ ਇਹ ਗੁਰੂ ਜੀ ਪ੍ਰੀਖਿਆ ਲੈਂਦੇ ਹੋਣ ਉਹਨਾਂ ਦੀ, ਇੰਨੀ ਦੇਰ ਵਿੱਚ ਮਹਾਪ੍ਰਸ਼ਾਦ ਵੀ ਤਿਆਰ ਹੋ ਕੇ ਆ ਗਿਆ ਹੈ। ਇੱਕ ਦਿਸ ਪੰਕਤ ਮੈਂ ਗਹਿਓ ਤਬ ਇਨ ਦਰਸਾਵਾ। ਜਦੋਂ ਦੂਜੀ ਪੰਗਤ ਦੇ ਵਿੱਚ ਉਹ ਵਰਤਾ ਰਹੇ ਸਨ, ਗੁਰੂ ਅਮਰਦਾਸ ਜੀ ਕਿਉਂਕਿ ਵੈਸ਼ਨਵ ਧਰਮ ਨਾਲ ਸੰਬੰਧ ਰੱਖਦੇ ਸੀ। ਹੁਣ ਜਿਹੜੇ ਵੈਸ਼ਨਵ ਨੇ ਉਹ ਮਹਾਪ੍ਰਸ਼ਾਦ ਦਾ ਜਿਹੜਾ ਸੇਵਨ ਉਹ ਨਹੀਂ ਕਰਦੇ। ਇਸ ਕਰਕੇ ਉਹਨਾਂ ਨੇ ਵੇਖਿਆ ਵੀ ਦੂਜੀ ਪੰਗਤ ਦੇ ਵਿੱਚ ਤੇ ਮਹਾਪ੍ਰਸ਼ਾਦ ਵਰਤਾਇਆ ਜਾ ਰਿਹਾ ਹੈ। ਬਹੁ ਗਿਲਾਨ ਖਾਨੀ ਰਿਦੇ ਇਮ ਕਰਤ ਵਿਚਾਰਾ। ਮਨ ਵਿੱਚ ਗਲਾਨ ਉੱਠੀ ਵੀ ਇਹ ਭੋਜਨ ਮੈਂ ਤੇ ਖਾਣਾ ਨਹੀਂ, ਮੈਂ ਤੇ ਇਸ ਭੋਜਨ ਨੂੰ ਕਦੇ ਛਕਿਆ ਵੀ ਨਹੀਂ ਹੈ। ਮੈਂ ਆਮਿਕ ਖਾਇਓ ਨਾ ਕਬ ਕਰ ਅੰਨ ਆਹਾਰਾ। ਮੈਂ ਇਹਨਾਂ ਨੂੰ ਨਹੀਂ, ਇਸ ਭੋਜਨ ਨੂੰ ਨਹੀਂ ਖਾਧਾ। ਮੈਂ ਤੇ ਹਮੇਸ਼ਾ ਲੰਗਰ ਪਾਣੀ, ਬਾਜਰੇ ਦੀਆਂ ਰੋਟੀਆਂ, ਆਮ ਦਾਲ ਚਾਵਲ ਹੀ ਖਾਦੇ ਹਨ। ਪੰਕਤ ਮੈਂ ਅਬ ਬੈਠਗਾ ਕਿਮ ਹੋ ਬਚਾਊ। ਹੁਣ ਪੰਗਤ ਦੇ ਵਿੱਚ ਤੇ ਬਹਿ ਗਏ ਆ ਛਕਣ ਲਈ, ਹੁਣ ਮੇਰਾ ਬਚਾਵ ਕਿਵੇਂ ਹੋਏਗਾ? ਨਹਿ ਦੇਵੋ ਅਪਮਾਨ ਹੀ
क्यों बैठो आओ। जे मैं किते वो चीज़ ਜਿਹੜੀ ਮੈਨੂੰ ਪਸੰਦ नहीं है मैं नहीं ਖਾਂਦਾ ਫਿਰ ਕਹਿਣਗੇ ਵੀ ਤੂੰ ਸੰਗਤ ਵਿੱਚ ਕੀ ਲੈਣਾ ਹੈ। ਜੇ ਨਹੀਂ ਖਾਣਾ ਤੂੰ ਫਿਰ ਸੰਗਤ ਵਿੱਚ ਬੈਠਣਾ ਨਹੀਂ ਸੀ। आयो सतगुर करण को बिग रह इम बाकी। ਕਹਿੰਦੇ ਆਇਆ ਤੇ ਮੈਂ ਗੁਰੂ ਨੂੰ ਮਨਾਉਣ ਲਈ ਆ, ਕਿਤੇ ਗੁਰੂ ਨਾਰਾਜ਼ ਨਾ ਹੋ ਜਾਏ ਵੀ ਜੋ ਲੰਗਰ ਵਿੱਚ ਵਰਤ ਰਿਹਾ ਹੈ ਇਹ ਸ਼ੱਕ ਕਿਉਂ ਨਹੀਂ ਰਹੇ ਹਨ। सिखे ना कर है मोहे को मन हट इस भांति। ਕਹਿੰਦੇ ਉਹ ਮੈਨੂੰ ਐਵੇਂ ਫਿਰ ਸਿੱਖ ਨਹੀਂ ਬਣਾਉਣਗੇ, ਆਪਣੇ ਸਿੱਖ ਦੀ ਪਦਵੀ ਮੈਨੂੰ ਉਹ ਨਹੀਂ ਦੇਣਗੇ। आय पर जतन अब को नहीं जे अंतर जामी। ਹੋਰ ਤੇ ਮੇਰੇ ਕੋਲ ਹੁਣ ਯਤਨ ਕੋਈ ਨਹੀਂ ਰਿਹਾ, ਪਰ ਜੇ ਗੁਰੂ ਕਿਤੇ ਅੰਤਰਜਾਮੀ ਹੈ ਤੇ ਫਿਰ ਉਹ ਇਸ ਚੀਜ਼ ਨੂੰ ਮਹਿਸੂਸ ਕਰ ਲਵੇਗਾ। सूपकार को बर्ज है आप है गुर स्वामी। ਜੇ ਗੁਰੂ ਅੰਤਰਜਾਮੀ ਹੋਏਗਾ ਆਪਣੇ ਆਪ ਹੀ ਰਸੋਈਏ ਨੂੰ ਕਹਿ ਦੇਗਾ ਵੀ ਆਹ ਵਾਲੀ ਸਬਜ਼ੀ ਇਹਨਾਂ ਨੂੰ ਨਾ ਵਰਤਾਇਓ। ਇਸ ਕਰਕੇ ਉਹ ਕਹਿੰਦੇ ਨੇ ਹੁਣ ਤੇ ਗੁਰੂ ਅੱਗੇ ਬੇਨਤੀ ਕਰਨੀ ਚਾਹੀਦੀ ਹੈ। एक तो मेरो धर्म रहे पुन होए प्रतीता। ਕਹਿੰਦੇ ਨੇ ਇਹਦੇ ਨਾਲ ਮੇਰੀਆਂ ਦੋ ਗੱਲਾਂ ਬਣ ਜਾਣਗੀਆਂ, ਇੱਕ ਤੇ ਮੇਰਾ ਧਰਮ ਰਹਿ ਜਾਏਗਾ, ਦੂਜੀ ਮੇਰੀ ਪ੍ਰਤੀਤ ਵੀ ਹੋ ਜਾਏਗੀ, ਕਿਉਂਕਿ ਹਜੇ ਸਿੱਖ ਧਰਮ 'ਚ ਉਹ ਆਏ ਨਹੀਂ, ਇਸ ਕਰਕੇ ਇਸ ਚੀਜ਼ ਤੋਂ ਗਿਲਾਨ ਕਰ ਰਹੇ ਨੇ। ਕਹਿੰਦੇ ਇਹ ਦੋ ਕੰਮ ਹੋ ਜਾਣਗੇ, ਇੱਕ ਤੇ ਮੇਰੀ ਪ੍ਰਤੀਤੀ ਆ ਜਾਏਗੀ ਵੀ ਗੁਰੂ ਅੰਤਰਜਾਮੀ ਹੈ ਕਿ ਨਹੀਂ ਹੈ। ਐਸਾ ਜੇ ਕੋਈ ਸਿੱਖ ਗੁਰੂ ਨੂੰ ਪਰਖਣਾ ਚਾਹੇ, ਵੈਸੇ ਨਹੀਂ ਪਰਖਣਾ ਚਾਹੀਦਾ, ਪਰ ਪ੍ਰਤੀਤ ਜੇ ਅਸੀਂ ਵੀ ਕਰਨੀ ਚਾਹੀਏ ਗੁਰੂ ਤੇ ਆ ਸਕਦੀ ਹੈ। ਗੁਰੂ ਸਾਡਾ ਭਰੋਸਾ ਰੱਖਣ ਵਾਸਤੇ ਅਸੀਂ ਕੋਈ ਵੀ ਗੱਲ ਗੁਰੂ ਨੂੰ ਕਹੀਏ ਵੀ ਮਹਾਰਾਜ ਇਹ ਪ੍ਰਤੀਤ ਮੇਰੀ ਸੰਪੂਰਨ ਕਰੋ, ਗੁਰੂ ਕਰ ਦਿੰਦਾ ਹੈ। ਬਸ ਅਰਦਾਸ ਦਿਲੋਂ ਹੋਣੀ ਚਾਹੀਦੀ ਹੈ। ਕਹਿੰਦੇ ਮੇਰੇ ਦੋ ਕਾਰਜ ਹੋ ਜਾਣਗੇ, ਇੱਕ ਤੇ ਗੁਰੂ ਤੇ ਭਰੋਸਾ ਵੀ ਆ ਜਾਏਗਾ। जग ते करहे उधार मंग जग ते करहे उधार मम सर्वज्ञ पुनीता। ਕਹਿੰਦੇ ਸਰਬ ਪਵਿੱਤਰ ਭਾਵ ਗੁਰੂ ਅੰਗਦ ਦੇਵ ਜੀ ਮੇਰਾ ਹੁਣ ਇਸ ਜਗਤ ਤੋਂ ਉਧਾਰ ਕਰ ਦੇਣਗੇ, ਮੈਨੂੰ ਗਿਆਨ ਦੀ ਦਾਤ ਬਖਸ਼ ਦੇਣਗੇ। इम कीनो संकल्प को श्री गुर न जाना। ਜਦੋਂ ਹੀ ਉਹਨਾਂ ਆਪਣੇ ਮਨ ਦੇ ਵਿੱਚ ਇਹ ਸੋਚਿਆ, ਨਾਲ ਦੀ ਨਾਲ ਗੁਰੂ ਅੰਗਦ ਸਾਹਿਬ ਜੀ ਨੇ ਜਾਣ ਲਿਆ ਵੀ ਇਹ ਸਿੱਖ ਆਪਣੇ ਮਨ ਦੇ ਵਿੱਚ ਕੁਝ ਹੋਰ ਸੋਚ ਰਿਹਾ ਹੈ। सूपकार को बरजियो मुख पाक बखाना। ਨਾਲ ਦੀ ਨਾਲ ਰਸੋਈਏ ਨੂੰ ਵਰਜ ਦਿੱਤਾ ਹੈ, ਉਸ ਨੂੰ ਰੋਕ ਦਿੱਤਾ ਹੈ। पंकत में जो नवो नर तिस देहो आहारा। ਉਹਨੂੰ ਕਹਿਣ ਲੱਗੇ ਭਾਈ ਇਹ ਜਿਹੜਾ ਨਵਾਂ ਜਿਹੜਾ ਪੁਰਸ਼ ਆ ਕੇ ਸੰਗਤ 'ਚ ਬੈਠਾ ਹੈ ਇਸ ਨੂੰ ਤੁਸੀਂ ਆ ਮਹਾਂਪ੍ਰਸਾਦ ਨਹੀਂ ਵਰਤਾਉਣਾ ਹੈ। आमे को नाहे परोसिए ਤਿੰਨ ਧਰਮ ਵਿਚਾਰਾ। ਇਸ ਨੂੰ ਇਹ ਵਾਲਾ ਭੋਜਨ ਨਹੀਂ ਦੇਣਾ ਹੈ ਕਿਉਂਕਿ ਇਹ ਆਪਣੇ ਧਰਮ ਦੀ ਵਿਚਾਰ ਕਰ ਰਿਹਾ ਹੈ। ਨਹੀਂ ਦਇਓ ਤਬ ਮਾਸ ਕੋ ਸਭ ਸੰਗਤ ਖਾਇਓ। ਕਹਿੰਦੇ ਸਾਰੀ ਸੰਗਤ ਉਹ ਸਬਜ਼ੀ ਖਾ ਰਹੀ ਸੀ, ਪਰ ਗੁਰੂ ਅਮਰਦਾਸ ਜੀ ਨੂੰ ਉਹ ਚੀਜ਼ ਨਹੀਂ ਦਿੱਤੀ ਹੈ। ਤ੍ਰਿਪਤ ਭਏ ਪੰਕਤ ਉਠੀ ਜਲ ਪਾਨ ਕਰਾਇਓ। ਜਦੋਂ ਸੰਗਤ ਨੇ ਲੰਗਰ ਛਕ ਲਿਆ ਫਿਰ ਸਾਰਿਆਂ ਨੂੰ ਜਲ ਪਾਨ ਕਰਾਇਆ ਗਿਆ ਹੈ। ਮਮ ਮਨ ਕੀ ਗਤ ਗੁਰ ਲਖੀ ਹਰਖਿਓ ਔਰ ਭਾਰੀ। ਕਹਿੰਦੇ ਮਨ ਦੇ ਵਿੱਚ ਬੜੇ ਖੁਸ਼ ਹੋਏ ਸ੍ਰੀ ਅਮਰਦਾਸ ਜੀ, ਕਹਿੰਦੇ ਗੁਰੂ ਨੇ ਤੇ ਮੇਰੇ ਮਨ ਦੀਆਂ ਜਾਣ ਲੀਆਂ ਨੇ, ਗੁਰੂ ਤੇ ਮੇਰੇ ਮਨ ਦੇ ਅੰਦਰ ਦੀ ਗੱਲ ਨੂੰ ਵੀ ਜਾਣ ਰਿਹਾ ਹੈ। ਭਏ ਪੁੰਨ ਮੇਰੇ ਉਦੇ ਬਹੁ ਭਏ ਪੁੰਨ ਮੇਰੇ ਉਦੇ ਬਹੁ ਕਰਤ ਵਿਚਾਰੀ। ਕਹਿੰਦੇ ਨੇ ਮੇਰੇ ਜਿਹੜੇ ਕੀਤੇ ਹੋਏ ਪੁੰਨ ਨੇ ਉਹ ਜਾਗ ਗਏ ਨੇ, ਕਿਉਂ? ਗੁਰੂ ਹੁਣ ਮੇਰੇ ਅੰਦਰ ਦੀ ਗੱਲ ਸੁਣਨ ਲੱਗ ਪਿਆ ਹੈ। ਅਬ ਇਨ ਤੇ ਆਠੋ ਗੁਰੂ ਕਤਹੂ ਨਾ ਦਰਸਾਵੋ। ਹੁਣ ਮੈਂ ਇਹ ਤੋਂ ਵੱਡਾ ਗੁਰੂ ਕਿੱਥੇ ਮਿਲੇਗਾ ਮੈਨੂੰ? ਕਿਉਂਕਿ ਜਦੋਂ ਮਨੁੱਖ ਦੇ ਭਾਗ ਜਗ ਜਾਂਦੇ ਨੇ ਨਾ, ਕਈ ਵਾਰੀ ਐਸਾ ਵੀ ਅਸੀਂ ਪੜ੍ਹਿਆ ਹੈ, ਕਹਿੰਦੇ ਕਈ ਸਿੱਖ ਕਹਿੰਦੇ ਨੇ ਗੁਰੂ ਜੀ ਅੱਜ ਇਹ ਵਾਲਾ ਹੁਕਮਨਾਮਾ ਦਿਓ, ਉਹੀ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੰਦੇ ਨੇ। ਐਸੇ ਵੀ ਸਿੱਖ ਹੈ ਨੇ, ਐਸੀ ਵਿਚਾਰ ਕਦੀ ਮਤ ਕਰਨਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਕਈ ਸਿੱਖ ਬੇਨਤੀ ਕਰ ਦਿੰਦੇ ਨੇ, ਮਹਾਰਾਜ ਜੀ ਅੱਜ ਮੇਰਾ ਪ੍ਰੇਮ ਹੈ, ਤੁਸੀਂ ਅੱਜ ਇਹ ਵਾਲਾ ਹੁਕਮਨਾਮਾ ਬਖਸ਼ਣਾ। ਗੁਰੂ ਗ੍ਰੰਥ ਸਾਹਿਬ ਜੀ ਉਦਣ ਉਹੀ ਵਾਲਾ ਹੁਕਮਨਾਮਾ ਬਖਸ਼। ਐਸਾ ਵੀ ਪ੍ਰੇਮ
क्योंकि ये प्रेम का बंधन है, बुद्धि का नहीं। इत्थे प्रेम दीयां गल्लां ने अज भी साहिब श्री गुरु गोबिंद सिंह जी गुरु ग्रंथ साहिब के रूप में जगमग जोत विराज रही, अज भी वो जोत जग रही है। गल याद रखना, ये जोत का निशानी उदों भी विरलियां नहीं पता लगी, उदों भी गुरु के कोल रहन वाले, गुरु के नेड़े रहन वाले गुरु नूं धोखे दे गए। अज भी ऐसा हुंदा है, ये तो चलदा ही आया है। गुरु नूं पछाणन वाले विरले ने, सारे नहीं हैं। मैं इवें कह दियां गुरु तो लाभ लैण वाले विरले ने, सारे नहीं लै सकते। गुरु तो लाभ विरले पुरुष प्राप्त करते हैं जिन्हां ते गुरु की कृपा हो जाती है। धन भाग एहो जे मिले सम और ना पावो। मेरे बड़े वड्डे भाग ने, जे मैनू ये गुरु जी मिल जाण, मैं किसी होर नूं प्राप्त नहीं करना चाहुंदा। श्री प्रभु श्री गंगा सुनी मैं बिने जो कीनी। कहंदे ने मैं जिहड़ी रब दे अगे अरदासां करदा रहा, गंगा दे अगे अरदासां करदा रहा, उस कर्मां दा मैनू अज फल मिलिया, मैनू पूर्ण गुरु मिल गया है। एहो पूर्ण अवतार है सरदा धर लीनी। अपने मन विच ये शरधा धार लई गुरु अंगद साहिब जी पूर्ण अवतार ने। मैं इन्हां दी अज तो सेवा करांगा। इत्थों तो ही कथा असीं अज श्रवण करांगे। कल नूं जिहड़ी अगे कथा चलेगी किवें वो गुरु जी दे कोल सेवा करते ने, अगली कथा आपां बड़े प्रेम सत्कार नाल श्रवण करांगे। किते गुरु जी कृपा करन, जिवें अज श्री अमरदास जी नूं विश्वास आ गया है, कदे साडे भी मनां दे विच गुरु ग्रंथ साहब जी के प्रति इन्ना प्रेम आ जाए, जदों भी शाम नूं किते दीवान लगन, किते गुरु की गल होए, असी बड़े प्यार दे नाल जाइए भी मेरे साहिब की गल होण लगी है, मैं जाके दर्शन करा। अपने गुरु के दर्शन, गुरु तो जे कोई प्राप्त करना है, गुरु ते शरधा धारण करो। जे गुरु तो कुछ लैना है, गुरु ते पूर्ण रूप दे विच प्यार प्रेम भाव धरना चाहिए। गुरु दी